ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਅਤੇ ਗੁਰੂ ਦੋ ਵੱਖਰੇ ਵੱਖਰੇ ਸ਼ਬਦ ਹਨ ਜਿਨ੍ਹਾਂ ਦਾ ਅਰਥ ਹੈ ਹੇ ਗੁਰੂ ਤੁਸੀਂ ਧੰਨ ਹੋ। ਖਾਲਸਾ ਗੁਰੂ ਦਾ ਸਾਜਿਆ ਹੋਇਆ, ਖਾਲਸੇ ਦੀ ਫਤਿਹ ਗੁਰੂ ਦੀ ਫਤਿਹ ਹੁੰਦੀ ਹੈ। ਖਾਲਸਾ ਗੁਰੂ ਦੀ ਫੌਜ ਹੈ, ਇਹ ਅਕਾਲ ਪੁਰਖ ਦੀ ਫੌਜ ਨਹੀਂ, ਕਿਉਂਕਿ ਰੱਬ ਨੂੰ ਫੌਜਾਂ ਦੀ ਲੋੜ ਨਹੀਂ। ਰੱਬ ਆਪ ਦੇਹਧਾਰੀ ਨਹੀਂ, ਉਹਨੂੰ ਫੌਜਾਂ ਦੀ ਵੀ ਲੋੜ ਨਹੀਂ। ਸਾਰੀ ਦੁਨੀਆ ਜਿਹੜੀ ਉਸਨੇ ਪੈਦਾ ਕੀਤੀ ਉਸ ਦੇ ਅਧੀਨ ਹੈ, ਅਤੇ ਇਸ ਕਰਕੇ ਉਹਨੇ ਕਦੇ ਹਮਲਾ ਨਹੀਂ ਕਰਨਾ ਵੀ ਉਹਨੂੰ ਫੌਜਾਂ ਦੀ ਲੋੜ ਹੈ। ਇਸ ਕਰਕੇ ਇਹ ਫੌਜਾਂ ਜਿਹੜੀਆਂ ਗੁਰੂ ਦੀਆਂ ਹਨ। ਵਿਚਾਰ ਸੰਖੇਪ ਰੂਪ ਵਿੱਚ ਕੀਤੀ ਜਾ ਰਹੀ ਸੀ ਰਵਿਦਾਸ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤੇ ਹੁਣ ਸ਼ੁਰੂ ਕਰਦੇ ਹਾਂ ਸੋਰਠ ਰਾਗ ਦੀ ਬਾਣੀ ਤੋਂ। ਪੰਨਾ ਗੁਰੂ ਗ੍ਰੰਥ ਸਾਹਿਬ ਦਾ 657 ਹੈ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ। ਇੱਕ ਦਾ ਮਤਲਬ ਹੈ ਈਸ਼ਵਰ ਪਰਮਾਤਮਾ ਕੇਵਲ ਇੱਕ ਹੈ, ਕੋਈ ਦੇਵੀ ਕੋਈ ਦੇਵਤਾ ਜਿਨ੍ਹਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ, ਉਹ ਰੱਬ ਨਹੀਂ, ਕਿਉਂਕਿ ਰੱਬ ਜਿਹੜੇ ਬਹੁਤੇ ਨਹੀਂ ਹੁੰਦੇ, ਰੱਬ ਇੱਕੋ ਹੀ ਹੈ। ਓੰਕਾਰ ਦਾ ਮਤਲਬ ਉਹ ਰੱਬ ਕਿੱਦਾਂ ਦਾ ਹੈ? ਜਿਹੜਾ ਕਾਰ ਹੈ। ਕਾਰ ਦਾ ਮਤਲਬ ਹੁੰਦਾ ਜਿਵੇਂ ਜੈ ਜੈਕਾਰ, ਰੁਣ ਚੁਣਕਾਰ, ਤੋਂ ਸਦਾ ਕਾਇਮ ਰਹਿਣ ਵਾਲੀ ਵਸਤੂ, ਸਦਾ ਜਿਹੜੀ ਹੋ ਰਹੀ ਹੈ, ਲਗਾਤਾਰ ਹੋ ਰਹੀ ਕਿਰਿਆ, ਲਗਾਤਾਰ ਜੋ ਹਾਜ਼ਰ ਹੈ ਦੁਨੀਆ ਵਿੱਚ, ਉਸ ਨੂੰ ਰੱਬ ਕਿਹਾ ਜਾਂਦਾ ਹੈ। ਭਾਵ ਕਾਨੂੰਨ ਕਰਕੇ, ਨਿਯਮ ਕਰਕੇ ਰੱਬ ਜਿਹੜਾ ਹੈ ਉਹ ਦੁਨੀਆ ਵਿੱਚ ਸਦਾ ਹਾਜ਼ਰ ਹੈ ਕੁਦਰਤ ਦੇ ਰੂਪ ਵਿੱਚ। ਸੱਤ ਉਹਦੀ ਹੋਂਦ ਹੈ, ਉਹ ਸੱਚ ਹੈ, ਨਿਰੋਲ ਸੱਚ ਹੈ। ਸੱਚ ਦੀ ਹੋਂਦ ਹੁੰਦੀ ਹੈ, ਐਗਜ਼ਿਸਟੈਂਸ ਹੁੰਦੀ ਹੈ। ਗੁਰ ਪ੍ਰਸਾਦ, ਅਤੇ ਬਾਈ ਦ ਗ੍ਰੇਸ ਆਫ ਦਾ ਗੁਰੂ, ਗੁਰੂ ਦੀ ਕਿਰਪਾ ਨਾਲ ਰੱਬ ਨਾਲ ਸਾਂਝ ਬਣਦੀ ਹੈ, ਰੱਬ ਦਾ ਪਿਆਰ ਪੈਦਾ ਹੁੰਦਾ ਹੈ। ਗੁਰ ਸ਼ਬਦ ਜਿਹੜਾ ਇਹ ਸੰਬੰਧ ਕਾਰਕ ਵਿੱਚ ਹੈ ਗੁਰੂ ਦੀ, ਪ੍ਰਸਾਦ ਹੀ ਸ਼ਬਦ ਇਹ ਕਰਨ ਕਾਰਕ ਵਿੱਚ ਹੈ, ਜਦੇ ਨੂੰ ਸਿਆਰੀ ਹੈ। ਪ੍ਰਸਾਦੀ ਗੁਰੂ ਦੀ ਕਿਰਪਾ ਨਾਲ, ਪ੍ਰਸਾਦ ਦਾ ਮਤਲਬ ਕਿਰਪਾ ਹੁੰਦਾ, ਤੇ ਸਿਆਰੀ ਦਾ ਮਤਲਬ ਹੈ ਨਾਲ, ਕਿਰਪਾ ਨਾਲ। ਜਬ ਹਮ ਹੋਤੇ ਤਬ ਤੂੰ ਨਾਹੀਂ, ਜਦੋਂ ਜੀਵਾਂ ਦੇ ਵਿੱਚ ਹਉਮੈ ਹੰਕਾਰ ਹੁੰਦਾ ਹੈ, ਉਦੋਂ ਰੱਬ ਦਾ ਵਾਸਾ ਨਹੀਂ ਹੁੰਦਾ। ਅਬ ਤੂੰ ਹੀ ਮੈਂ ਨਾਹੀਂ, ਤੇ ਜਦੋਂ ਤੂੰ ਹੀ ਹੋ ਜਾਵੇ, ਰੱਬ ਹੀ ਹੋ ਜਾਵੇ, ਤਾਂ ਫਿਰ ਮੈਂ ਜਿਹੜੀ ਹੈ ਇਹ ਮੁੱਕ ਜਾਂਦੀ ਹੈ। ਅਨਲ ਅਗਮ, ਅਨਲ ਅਗਮ ਦਾ ਮਤਲਬ ਜਿੱਦਾਂ ਤੇਜ਼ ਹਵਾ ਚੱਲਣੀ, ਤੇਜ਼ ਹਨੇਰੀ ਆਉਣੀ। ਜੈਸੇ ਲਹਿਰ ਮੈ ਉਹ ਦਦੀ, ਲਹਿਰ ਮੈਂ ਲਹਿਰਾਂ ਹੀ ਲਹਿਰਾਂ, ਉਹ ਦਦੀ ਸਮੁੰਦਰ ਵਿੱਚ, ਤੇਜ਼ ਹਨੇਰੀ ਚੱਲਣਾ, ਸਮੁੰਦਰ ਵਿੱਚ ਲਹਿਰਾਂ ਹੀ ਲਹਿਰਾਂ ਉੱਠਣ ਲੱਗ ਜਾਂਦੀਆਂ ਹਨ। ਜਲ ਕੇਵਲ ਜਲ ਮਾਹੀ, ਪਰ ਉਹ ਲਹਿਰਾਂ ਜਿਹੜੀਆਂ ਹਨ ਉਹ ਸਮੁੰਦਰ ਤੋਂ ਵੱਖਰੀਆਂ ਨਹੀਂ, ਉਹ ਵੀ ਪਾਣੀ ਦਾ ਰੂਪ ਹਨ। ਲਹਿਰਾਂ ਵੀ ਪਾਣੀ ਦਾ ਰੂਪ ਹਨ, ਸਮੁੰਦਰ ਵੀ ਪਾਣੀ ਹੈ। ਇਸ ਕਰਕੇ ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਇਹ ਮਾਧੋ ਹੈ ਪ੍ਰਭੂ, ਕਿਵੇਂ ਬਿਆਨ ਕਰੀਏ? ਇਹਨਾਂ ਜੀਵਾਂ ਨੂੰ ਇੱਕ ਭੁਲੇਖਾ ਪਿਆ ਹੋਇਆ ਹੈ, ਲੋਕਾਂ ਨੇ ਇੱਕ ਭੁਲੇਖਾ ਪਿਆ ਹੋਇਆ, ਇੱਕ ਭਟਕਣਾ ਵਿੱਚ ਪਏ ਹੋਏ ਹਨ ਲੋਕ। ਕਿਹੜੀ ਹੈ? ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ। ਤੋ ਇਹ ਲੋਕ ਜਿਹੜਾ ਮੰਨੀ ਬੈਠੇ ਹਨ ਕਿ ਜਿਹੜਾ ਸੰਸਾਰ ਹੈ ਇਹ ਰੱਬ ਨਾਲ ਕੋਈ ਵੱਖਰਾ ਹੈ, ਰੱਬ ਨਾਲ ਕੋਈ ਵੱਖਰੀ ਵਸਤੂ, ਵੱਖਰੀ ਹਸਤੀ ਹੈ, ਇਹ ਲੋਕ ਮੰਨੀ ਬੈਠੇ ਹਨ, ਪਰ ਇਹ ਠੀਕ ਨਹੀਂ ਹੈ। ਜੈਸਾ ਮਾਨੀਏ, ਜਿਹੋ ਜਿਹਾ ਲੋਕ ਮੰਨ ਰਹੇ ਹਨ, ਹੋਏ ਨਾ ਤੈਸਾ, ਉਹ ਉਸ ਤਰ੍ਹਾਂ ਨਹੀਂ ਹੈ। ਜੋ ਸੰਸਾਰ ਹੈ ਇਹ ਵੀ ਰੱਬ ਦਾ ਹੀ ਇੱਕ ਰੂਪ ਹੈ। ਸੰਸਾਰ ਰੱਬ ਨਾਲੋਂ ਵੱਖਰਾ ਨਹੀਂ, ਜਿਵੇਂ ਲਹਿਰਾਂ ਸਮੁੰਦਰ ਦੇ ਪਾਣੀ ਨਾਲੋਂ ਵੱਖਰੀਆਂ ਨਹੀਂ ਹੁੰਦੀਆਂ, ਉਹ ਵੀ ਸਮੁੰਦਰ ਦਾ ਰੂਪ ਹੀ ਹੁੰਦੀਆਂ ਹਨ।
ਨਰਪਤੀ ਏਕੋ ਸਿੰਘਾਸਨ ਸੋਇਆ। ਨਰਪਤੀ ਨਰਾਂ ਦਾ ਪਤੀ, ਤੱਤੇ ਨੂੰ ਸਿਆਰੀ ਜਿਹੜੀ ਹੈ ਪਤੀ ਵਾਲੀ ਹੈ। ਨਰਪਤੀ ਰਾਜਾ, ਏਕੋ ਸਿੰਘਾਸਨ ਸੋਇਆ। ਤੋ ਰਾਜਾ ਜਦੋਂ ਆਪਣੇ ਤਖਤ ਉੱਤੇ ਕੋਈ ਰਾਜਾ ਸੌਂ ਜਾਏ, ਸੁਪਨੇ ਭਇਆ ਭਿਖਾਰੀ, ਉਸ ਨੂੰ ਸੁਪਨਾ ਆ ਜਾਏ ਕਿ ਉਹ ਭਿਖਾਰੀ ਬਣ ਗਿਆ, ਮੰਗਤਾ ਬਣ ਗਿਆ। ਅਛੱਤ ਰਾਜ, ਅਛੱਤ ਦਾ ਮਤਲਬ ਹੁੰਦਿਆਂ ਹੁੰਦਿਆਂ, ਰਾਜ ਦੇ ਹੁੰਦਿਆਂ ਹੋਇਆਂ ਵਿਛੜਤ ਦੁੱਖ ਪਾਇਆ। ਇਹ ਰਾਜ ਤੋਂ ਵਿਛੜ ਕੇ ਉਹ ਦੁੱਖ ਪਾਉਂਦਾ ਹੈ ਮੰਗਤਾ ਬਣ ਕੇ। ਸੋ ਗਤੀ ਭਈ ਹਮਾਰੀ, ਸਾਡੀ ਵੀ ਕੁਝ ਹਾਲਤ ਜਿਹੜੀ ਜੀਵਾਂ ਦੀ, ਇੱਥੇ ਸੰਸਾਰ ਦੇ ਜੀਵਾਂ ਦੀ ਇਸੇ ਤਰ੍ਹਾਂ ਦੀ ਹੋ ਰਹੀ ਹੈ। ਜਿਸ ਤਰ੍ਹਾਂ ਇਹ ਰਾਜੇ ਦੀ ਹਾਲਤ ਜਿਹੜੀ ਹੈ ਉਹ ਸੁਪਨੇ ਵਿੱਚ ਬਣਦੀ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਰਾਜ ਦਾ ਮਤਲਬ ਇੱਥੇ ਕੋਈ ਰੂਲ ਕਰਨਾ ਨਹੀਂ, ਇਹ ਇਹਦਾ ਮਤਲਬ ਰੱਸੀ, ਇਹ ਰੱਜੂ ਤੋਂ ਬਣਦਾ ਹੈ ਰਾਜ, ਰੱਸੀ। ਰਾਜ ਭੁਯੰਗ ਪ੍ਰਸੰਗ, ਜਿਵੇਂ ਸੱਪ ਤੇ ਰੱਸੀ ਦਾ ਪ੍ਰਸੰਗ ਹੁੰਦਾ ਹੈ, ਉਦਾਹਰਨ ਹੁੰਦੀ ਹੈ ਕਿ ਰੱਸੀ ਜਿਹੜੀ ਹੈ ਹਨੇਰੇ ਵਿੱਚ ਉਹ ਸੱਪ ਜਾਪਦੀ ਹੈ। ਅਬ ਕਛ ਮਰਮ ਜਨਾਇਆ। ਤੋ ਜਿਸ ਤਰ੍ਹਾਂ ਅਗਲੀ ਪੰਕਤੀ ਵਿੱਚ ਦੱਸਦੇ ਹਨ, ਮਰਮ ਦਾ ਮਤਲਬ ਭੇਦ ਹੁੰਦਾ। ਆਪ ਕਛ ਮਰਮ ਜਨਾ, ਕੁਝ ਭੇਦ ਲੱਗ ਗਿਆ ਹੈ, ਸਮਝ ਲੱਗ ਗਈ ਹੈ। ਅਨੇਕ ਕਟਕ ਜੈਸੇ ਭੂਲ ਪਰੇ। ਅਨੇਕ ਕਟਕ, ਕਟਕ ਦਾ ਹੁੰਦਾ ਹੈ ਕੜੇ। ਤੋ ਜਿਵੇਂ ਇੱਕ ਸੋਨਾ ਆ, ਉਹ ਤੋਂ ਬਣੇ ਹੋਏ ਅਨੇਕਾਂ ਕੜੇ ਜਿਹੜੇ ਆ, ਉਹ ਵੇਖ ਕੇ ਸਾਨੂੰ ਭੁਲੇਖਾ ਪੈ ਜਾਂਦਾ ਹੈ ਕਿ ਸੋਨਾ ਜਿਹੜਾ ਉਹ ਕਈਆਂ ਕਿਸਮਾਂ ਦਾ ਹੁੰਦਾ ਹੈ, ਪਰ ਕੜਾ ਜਿਹੜਾ ਆ ਸੋਨੇ ਦੀ ਕਿਸਮ ਨਹੀਂ, ਇਹ ਸੋਨਾ ਹੀ ਆ। ਇੱਦਾਂ ਸਾਨੂੰ ਭੁਲੇਖਾ ਪਿਆ ਹੈ ਕਿ ਸੰਸਾਰ ਜਿਹੜਾ ਹੈ ਇਹ ਸ਼ਾਇਦ ਰੱਬ ਨਾਲੋਂ ਕੋਈ ਵੱਖਰੀ ਚੀਜ਼ ਹੈ, ਇਹ ਭੁਲੇਖਾ ਪਿਆ ਹੈ। ਅਬ ਕਾਤੇ ਕਹਨ ਨਾ ਆਇਆ। ਸੋ ਹੁਣ ਜਿਹੜੀ ਪੁਰਾਣੀ ਗੱਲ ਸੀ ਭੇਦ ਭਾਵ ਵਾਲੀ ਕਿ ਰੱਬ ਵੱਖਰਾ ਹੈ, ਦੁਨੀਆ ਵੱਖਰੀ ਹੈ, ਸਮੁੰਦਰ ਵੱਖਰਾ ਹੈ, ਲਹਿਰਾਂ ਵੱਖਰੀਆਂ ਹਨ, ਹੁਣ ਇਸ ਤਰ੍ਹਾਂ ਗੱਲ ਜਿਹੜੀ ਉਹ ਕਹੀ ਨਹੀਂ ਜਾਂਦੀ। ਹੁਣ ਮੈਨੂੰ ਸਮਝ ਆ ਗਈ ਹੈ ਅਤੇ ਹੁਣ ਮੈਂ ਵੀ ਇਹੀ ਆਖਦਾ ਕਿ ਸੰਸਾਰ ਜਿਹੜਾ ਹੈ ਇਹ ਕੋਈ ਤੇਰੇ ਨਾਲੋਂ ਵੱਖਰੀ ਹਸਤੀ ਕੋਈ ਨਹੀਂ ਹੈ। ਇਹ ਸਮਝ ਆਉਣ ਤੋਂ ਬਾਅਦ ਪਤਾ ਲੱਗਦਾ ਹੈ, ਲੋਕਾਂ ਦੀ ਸਮਝ ਜਦੋਂ ਬਦਲਦੀ ਹੈ। ਸਰਬੇ ਏਕ ਅਨੇਕੈ ਸੁਆਮੀ। ਸਰਬੈ ਏਕ ਅਨੇਕੈ ਸੁਆਮੀ। ਤੋ ਪ੍ਰਭੂ ਜਿਹੜਾ ਹੈ ਉਹ ਭਾਵੇਂ ਅਨੇਕਾਂ ਰੂਪਾਂ ਵਿੱਚ ਹੈ ਤੇ ਸਾਰਿਆਂ ਵਿੱਚ ਉਹ ਇੱਕ ਆਪ ਹੀ ਹੈ। ਭਾਵੇਂ ਰੂਪ ਉਹਦੇ ਵੱਖਰੇ ਵੱਖਰੇ ਹਨ, ਕਿਉਂਕਿ ਸੰਸਾਰ ਦੇ ਜੀਵਿਆਂ ਤੋਂ ਵੱਖਰੇ ਵੱਖਰੇ ਹਨ, ਇਹਨਾਂ ਵਿੱਚ ਹਰ ਇੱਕ ਵਿੱਚ ਉਸ ਦੀ ਜੋਤ ਵਸਦੀ ਹੈ। ਸਰਬੈ ਏਕ ਅਨੇਕੈ ਸੁਮ ਹੈ ਉਹ ਇੱਕ, ਪਰ ਉਹ ਸਾਰਿਆਂ ਵਿੱਚ ਵਸਦਾ ਹੋਇਆ ਵੀ ਕਈ ਕਿਸਮ ਦਾ ਅਨੇਕੈ ਸੁਆਮੀ। ਜਿਸ ਤਰ੍ਹਾਂ ਪਾਣੀ ਦਾ ਘੜਾ ਭਰਿਆ ਹੋਵੇ ਅਤੇ ਇਹਦੇ ਨਾਲ 10 ਘੜੇ ਪਾਣੀ ਦੇ ਹੋਰ ਰੱਖ ਦਿੱਤੇ ਜਾਣ ਭਰ ਕੇ, ਤਾਂ ਰਾਤ ਨੂੰ ਦੇਖੋ ਚੰਦਰਮਾ ਦਾ ਜਿਹੜਾ ਸ਼ੈਡੋ ਹੈ, ਜਿਹੜਾ ਚੰਦਰਮਾ ਦੀ ਪਿਕਚਰ ਹੈ, ਉਹ ਸਾਰੇ ਘੜਿਆਂ ਵਿੱਚ ਬਣ ਜਾਂਦੀ ਹੈ। ਤਾਂ ਚੰਦਰਮਾ ਇੱਕੋ ਹੀ ਆ ਅਤੇ ਇਹਦੀਆਂ ਤਸਵੀਰਾਂ ਸਾਰਿਆਂ ਘੜਿਆਂ ਵਿੱਚ ਬਣੀ ਜਾਂਦੀਆਂ ਹਨ। ਇਸ ਤਰ੍ਹਾਂ ਰੱਬ ਇੱਕ ਹੈ ਅਤੇ ਇਹਦੀ ਜੋਤ ਜਿਹੜੀ ਉਹ ਸਾਰਿਆਂ ਵਿੱਚ ਬਿਰਾਜਮਾਨ ਹੈ। ਸਭ ਕਟ ਭੁਗਵੈ ਸੋਈ। ਇਹ ਭੁਗਵੇ ਵਿੱਚ ਭੱਬੇ ਨੂੰ ਔਂਕੜ ਵੀ ਹੈ ਅਤੇ ਹੋੜਾ ਵੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਗੁਰਬਾਣੀ 'ਚ ਆਉਂਦੇ ਹਨ। ਇੱਥੇ ਉਹ ਮਾਤਰਾ ਪੜ੍ਹੀ ਦੀ ਹੈ ਜਿਹੜੀ ਅਸਲ ਸ਼ਬਦ ਤੋਂ ਉਲਟ ਹੋਵੇ, ਜਿਹੜੀ ਉਚਾਰਨ ਵਾਸਤੇ ਲਾਈ ਜਾਂਦੀ ਹੈ। ਅਸਲ ਸ਼ਬਦ ਹੁੰਦਾ ਭੋਗਵੈ, ਭੋਗ ਤੋਂ ਬਣਦਾ ਹੈ ਭੋਗਣਾ, ਪਰ ਇੱਥੇ ਔਂਕੜ ਵੀ ਲੱਗਾ ਅਤੇ ਬੋਲਣਾ ਔਂਕੜ ਹੈ ਕਿਉਂਕਿ ਉਚਾਰਨ ਦੀ ਮਾਤਰਾ। ਸਭ ਕਟ ਭੁਗਵੈ, ਭੁਗਵੈ ਮਤਲਬ ਸਾਰੇ ਸਰੀਰਾਂ ਵਿੱਚ ਉਹ ਆਪ ਹੀ ਵਰਤ ਰਿਹਾ ਹੈ, ਸਾਰੇ ਸਰੀਰਾਂ ਵਿੱਚ ਆਪ ਹੀ ਬੈਠਾ ਹੈ। ਸਭ ਕਟ ਭੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ। ਰਵਿਦਾਸ ਆਖਦਾ ਹੈ ਹਾਥ ਪੈ ਨੇਰੈ, ਉਹ ਜਿਹੜਾ ਮਾਲਕ ਹੈ ਉਹ ਬਹੁਤ ਨੇੜੇ, ਇੰਨਾ ਨੇੜੇ ਹੈ ਕਿ ਹੱਥ ਨਾਲੋਂ ਵੀ ਨੇੜੇ ਆ। ਜੇ ਅਸੀਂ ਬਾਂਹ ਫੈਲਾਈਏ ਤਾਂ ਹੱਥ ਜਿਹੜਾ ਆ
ਉਹ ਕੋਈ ਸਰੀਰ ਤੋਂ ਦੂਰ ਚਲਾ ਜਾਂਦਾ। ਤੋ ਗੁਰੂ ਰਵਿਦਾਸ ਜੀ ਕਹਿੰਦੇ ਹਨ, ਭਾਵੇਂ ਹੱਥ ਦੂਰ ਚਲਾ ਗਿਆ ਪਰ ਰੱਬ ਜਿਹੜਾ ਆ ਉਹ ਹੱਥ ਨਾਲੋਂ ਵੀ ਨੇੜੇ ਆ, ਨੇੜੇ ਆ, ਕੋਲ ਹੈ। ਸਹਜੇ ਹੋਏ ਸੋਈ। ਤੋ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਸਹਜੇ, ਸਹਜੇ ਦਾ ਮਤਲਬ ਹੈ ਸਹਿਜ ਵਿੱਚ ਹੋ ਰਿਹਾ ਹੈ। ਉਸ ਦੇ ਹੁਕਮ ਵਿੱਚ, ਉਸ ਦੇ ਬਣਾਏ ਗਏ ਜੋ ਨਿਯਮ ਕਾਨੂੰਨ ਹਨ ਉਹਨਾਂ ਅਨੁਸਾਰ ਹੀ ਵਾਪਰ ਰਿਹਾ ਹੈ। ਅਗਲਾ ਸ਼ਬਦ ਹੈ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨੇ ਤੁਮ ਬਾਂਧੇ। ਸੋ ਇੱਥੇ ਬਾਬਾ ਰਵਿਦਾਸ ਜੀ ਕਹਿ ਰਹੇ ਹਨ, ਹੇ ਪ੍ਰਭੂ, ਅਸੀਂ ਜੇ ਤੇਰਾ ਮੋਹ ਹੈ, ਜਿਹੜਾ ਪਿਆਰ, ਉਹਦੀ ਫਾਹੀ ਵਿੱਚ ਜੇ ਬੱਝੇ ਹੋਏ ਸਾਂ, ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ, ਤਾਂ ਅਸਾਂ ਵੀ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਪ੍ਰੇਮ ਦੀ ਰੱਸੀ ਨਾਲ, ਪ੍ਰੇਮ ਦੇ ਬੰਧਨਾਂ ਵਿੱਚ ਅਸੀਂ ਵੀ ਤੈਨੂੰ ਬੰਨ੍ਹ ਲਿਆ, ਤੈਨੂੰ ਵੀ ਜਾਣ ਨਹੀਂ ਦਿੰਦੇ, ਆਪਣੇ ਕੋਲ ਰੱਖਾਂਗੇ। ਆਪਣੇ ਛੂਟਣ ਕੋ ਯਤਨ ਕਰੋ। ਤੋ ਕਿੰਨੀ ਇਹ ਵਿਸ਼ਵਾਸ ਨਾਲ ਇਹ ਗੱਲ ਕਹੀ ਜਾ ਰਹੀ ਹੈ, ਆਪਣੇ ਛੂਟਣ ਕੋ ਯਤਨ ਕਰੋ। ਇਹ ਮਾਧੋ, ਹੁਣ ਤੁਸੀਂ ਭਾਵੇਂ ਸਾਡੇ ਕੋਲੋਂ ਬਚਣ ਦਾ ਯਤਨ ਕਰੋ ਜਿੰਨਾ ਮਰਜ਼ੀ, ਅਸੀਂ ਤੁਹਾਨੂੰ ਛੱਡਾਂਗੇ ਨਹੀਂ। ਹਮ ਛੂਟੇ ਤੁਮ ਯਾਰ ਆਦੇ। ਪਰ ਅਸੀਂ ਮੋਹ ਮਾਹੀ ਦੀ ਫਾਹੀ ਵਿੱਚੋਂ ਅਸੀਂ ਤਾਂ ਨਿਕਲ ਆਏ ਹਾਂ, ਤੈਨੂੰ ਯਾਦ ਕਰ ਕਰਕੇ ਨਿਕਲ ਆਏ ਹਾਂ, ਤੇ ਪਰ ਤੈਨੂੰ ਨਹੀਂ ਛੱਡਾਂਗੇ, ਤੂੰ ਸਾਡੇ ਪਿਆਰ ਵਿੱਚ ਦੀ ਜਕੜ ਵਿੱਚੋਂ ਨਹੀਂ ਨਿਕਲੇਗਾ। ਕਿਵੇਂ ਨਿਕਲੇਗਾ? ਅਸੀਂ ਨਿਕਲ ਗਏ ਹਾਂ। ਕਿੱਥੋਂ ਨਿਕਲ ਗਏ ਹਾਂ? ਮੋਹ ਮਾਇਆ ਦੀ ਫਾਹੀ ਵਿੱਚੋਂ, ਉਹ ਵੀ ਤੈਨੂੰ ਯਾਦ ਕਰ ਕਰਕੇ। ਪਰ ਤੂੰ ਸਾਡੀ ਫਾਹੀ ਵਿੱਚੋਂ ਹੁਣ ਪ੍ਰੇਮ ਦੀ ਰੱਸੀ ਨਾਲ ਤੈਨੂੰ ਬੰਨ੍ਹ ਲਿਆ ਹੈ, ਤੂੰ ਹੁਣ ਸਾਡੀ ਜਕੜ ਵਿੱਚੋਂ ਕਿਤੇ ਨਹੀਂ ਜਾ ਸਕਦਾ। ਮਾਧਵੇ ਜਾਨਤ ਹੋ ਜੈਸੀ ਤੈਸੀ। हे माधव, हे माधवे, हे प्रभु, ਜਾਣਤ ਹੋ ਜੈਸੀ ਤੈਸੀ। ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੇਰੇ ਜਿਹੜੇ ਭਗਤ ਜਨ ਹਨ ਉਹ ਤੈਨੂੰ ਜਿਸ ਤਰ੍ਹਾਂ ਪਿਆਰ ਕਰਦੇ ਹਨ, ਉਹ ਤੂੰ ਜਾਣਦਾ ਹੈ, ਉਹ ਤੇਰੇ ਤੋਂ ਲੁਕਿਆ ਨਹੀਂ ਰਹਿੰਦਾ। ਅਬ ਕਹਾਂ ਕਰੋਗੇ ਐਸੀ। ਸੋ ਇੱਦਾਂ ਦੀ ਜਿਹੜੀ ਪ੍ਰੀਤ ਹੈ, ਇਹ ਜਿਹੜਾ ਪ੍ਰੇਮ ਜਿਹੜਾ ਇੱਦਾਂ ਦਾ ਹੈ, ਇਹਦੇ ਹੁੰਦਿਆਂ ਤੂੰ ਉਹਨਾਂ ਆਪਣੇ ਭਗਤਾਂ ਨੂੰ ਦੁਨੀਆ ਦੇ ਮੋਹ ਮਾਇਆ ਤੋਂ ਬਚਾਈ ਰੱਖਦਾ ਹੈ। ਰਹਾ ਮੀਨ ਪਕੜੇ ਫਾਂਕਿਓ ਅਰ ਕਾਟਿਓ। ਮੱਛੀ ਦੀ ਉਦਾਹਰਨ ਦਿੱਤੀ ਹੈ ਪ੍ਰੇਮ ਨੂੰ ਸਪਸ਼ਟ ਕਰਨ ਵਾਸਤੇ ਕਿ ਅਸੀਂ ਤੈਨੂੰ ਪ੍ਰੇਮ ਦੀ ਰੱਸੀ ਨਾਲ ਬੰਨ੍ਹਿਆ ਹੋਇਆ ਹੈ। ਉਹਦੀ ਉਦਾਹਰਨ ਦਿੱਤੀ ਹੈ ਕਿ ਜਿਸ ਤਰ੍ਹਾਂ ਮੱਛੀ ਜਿਹੜੀ ਹੈ ਉਹਨੂੰ ਪਾਣੀ ਨਾਲ ਪਿਆਰ ਹੁੰਦਾ ਹੈ, ਪਾਣੀ ਬਿਨਾਂ ਉਹ ਮਰ ਜਾਂਦੀ ਹੈ, ਤੇ ਪਾਣੀ ਵਿੱਚੋਂ ਫੜ ਕੇ ਉਹਨੂੰ ਬਾਹਰ ਕੱਢੀਏ ਤਾਂ ਮਰ ਜਾਂਦੀ ਹੈ, ਤੇ ਉਹਦੇ ਟੁਕੜੇ ਵੀ ਕਰ ਦਈਏ, ਉਹਦੀਆਂ ਫਾਕੜਾਂ ਕਰ ਦਈਏ, ਟੁਕੜੇ ਕਰ ਦਈਏ, ਤੇ ਟੁਕੜੇ ਕਰ ਕਰਕੇ ਉਹਨੂੰ ਰਿੰਨ ਵੀ ਲਈਏ, ਤੇ ਫਿਰ ਥੋੜ੍ਹਾ ਥੋੜ੍ਹਾ ਕਰਕੇ ਖਾ ਵੀ ਲਈਏ। ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧਿਕਿਓ ਬਹੁ ਬਾਣੀ। ਜਿਵੇਂ ਕੋਈ ਉਸਨੂੰ ਰਿੰਨ ਲਵੇ ਕਈ ਢੰਗਾਂ ਨਾਲ। ਖੰਡ ਖੰਡ ਕਰ ਭੋਜਨ ਕੀਨੋ। ਤੇ ਟੁਕੜੇ ਟੁਕੜੇ ਕਰਕੇ ਕੋਈ ਖਾ ਲਏ, ਉਸਨੂੰ ਰਿੰਨ ਲਵੇ, ਤਾਂ ਫਿਰ ਵੀ ਮੱਛੀ ਨੂੰ ਪਾਣੀ ਨਹੀਂ ਭੁੱਲਦਾ। ਇੰਨਾ ਉਸ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ ਹੈ, ਕਿਉਂਕਿ ਮੱਛੀ ਦੀ ਜ਼ਿੰਦ ਜਾਨ ਪਾਣੀ ਹੈ, ਪਾਣੀ ਬਿਨਾਂ ਉਹ ਮਰ ਜਾਂਦੀ ਹੈ। ਤਾਂ ਕਹਿੰਦੇ ਹਨ ਕਿ ਮੱਛੀ ਨੂੰ ਫਿਰ ਵੀ ਪਾਣੀ ਨਹੀਂ ਭੁੱਲਦਾ, ਭਾਵੇਂ ਉਸਨੂੰ ਕੱਟ ਵੱਢ ਕੇ ਲੋਕ ਬਣਾ ਲੈਂਦੇ ਹਨ। ਜਦੋਂ ਕਿਸੇ ਦੇ ਪੇਟ ਵਿੱਚ ਜਾਂਦੀ ਹੈ ਉਹ ਭੁੱਜ ਕੇ, ਤਾਂ ਫਿਰ ਉਹਨੂੰ ਕਹਿੰਦੇ ਹਨ ਕਿ ਪਿਆਸ ਬੜੀ ਲੱਗਦੀ ਹੈ, ਪਾਣੀ ਦੀ ਪਿਆਸ ਬੜੀ ਲੱਗਦੀ ਹੈ। ਤਾਂ ਮੱਛੀ ਦਾ ਇਹ ਦ੍ਰਿਸ਼ਟਾਂਤ ਦਿੱਤਾ, ਉਦਾਹਰਨ ਦਿੱਤੀ ਹੈ ਕਿ ਤਾਂ ਮੱਛੀ ਪਾਣੀ ਤੋਂ ਬਿਨਾਂ
ਨਹੀਂ ਰਹਿ ਸਕਦੀ, ਪਾਣੀ ਦੀ ਪਿਆਸ ਲੱਗੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਵੀ ਤੈਨੂੰ ਪ੍ਰੇਮ ਦੀ ਰੱਸੀ ਨਾਲ ਬੰਨ੍ਹ ਕੇ ਰੱਖਿਆ ਹੋਇਆ, ਤੇ ਤੈਨੂੰ ਹੁਣ ਛੱਡਣਾ ਨਹੀਂ ਹੈ। ਅਸੀਂ ਹੁਣ ਆਪਣਾ ਪ੍ਰੇਮ ਜਿਹੜਾ ਇਹ ਛੱਡ ਨਹੀਂ ਸਕਦੇ ਤੇਰੇ ਨਾਲ। ਖੰਡ ਖੰਡ ਕਰ ਭੋਜਨ ਕੀਨੋ, ਤਉ ਨ ਬਿਸਰਿਓ ਪਾਣੀ, ਆਪਨ ਬਾਪੈ ਨਾਹੀ ਕਿਸੀ ਕੋ। ਬੜੀ ਕਮਾਲ ਦੀ ਗੱਲ ਇੱਥੇ ਦੱਸੀ ਹੈ ਕਿ ਰੱਬ ਜਿਹੜਾ ਆ ਕਿਸੇ ਪਿਓ ਦੀ ਜੱਦੀ ਮਲਕੀਤ ਨਹੀਂ ਹੈ। ਉੱਚ ਜਾਤੀ ਦੇ ਬ੍ਰਾਹਮਣਾਂ ਦੀ, ਕੋਈ ਵੀ ਉੱਚ ਜਾਤੀ ਦਾ ਹੋਵੇ, ਜਿਹੜੇ ਆਪਣੇ ਆਪ ਨੂੰ ਸਭ ਤੋਂ ਸ੍ਰੇਸ਼ਟ ਮੰਨਦੇ ਸਨ, ਬਾਕੀ ਨੂੰ ਨੀਵੇਂ ਸਮਝਦੇ ਸਨ, ਤੇ ਇੱਥੇ ਐਲਾਨ ਕਰਦੇ ਹਨ, ਗੁਰੂ ਰਵਿਦਾਸ ਜੀ ਕਹਿੰਦੇ ਹਨ ਡੰਕ ਦੀ ਚੋਟ ਨਾਲ, ਕਿ ਰੱਬ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰੀ ਰਾਜਾ। ਤੋ ਪਿਓ ਜਿਹੜਾ ਹੈ ਇਹ ਕਿਸੇ ਦੀ ਜਿਹੜਾ ਰੱਬ ਹੈ ਕਿਸੇ ਪਿਓ ਦੀ ਇਹ ਮਲਕੀਤ ਨਹੀਂ ਹੈ ਕਿ ਉਹਦਾ ਹੀ ਹੈ, ਇਹ ਸਾਰਿਆਂ ਦਾ ਹੈ। ਉਹ ਤਾਂ ਪ੍ਰੇਮ ਦਾ ਵੱਜਾ ਹੋਇਆ ਹੈ। ਕੇਵਲ ਭਾਵਨ ਕੋ ਹਰੀ ਰਾਜਾ, ਉਹ ਹਰੀ ਰਾਜਾ ਪ੍ਰਭੂ ਕੇਵਲ ਪ੍ਰੇਮ ਦਾ ਵੱਜਾ ਹੋਇਆ, ਜਿਸ ਨੇ ਪ੍ਰੇਮ ਦੀ ਰੱਸੀ ਨਾਲ ਉਸ ਨੂੰ ਬੰਨ੍ਹ ਲਿਆ, ਉਹਦਾ ਹੀ ਹੁੰਦਾ ਹੈ। ਕਿਸੇ ਦੇ ਪਿਓ ਦੀ ਜਾਇਦਾਦ ਮਲਕੀਤ ਨਹੀਂ ਹੈ। ਮੋਹ ਪਟਲ ਸਭ ਜਗਤ ਵਿਆਪਿਓ, ਇਹ ਸਾਰਾ ਸੰਸਾਰ ਮੋਹ ਦੇ ਪਰਦੇ ਵਿੱਚ ਜਿੱਦਾਂ ਲਿਪਟਿਆ ਹੋਇਆ, ਫਸਿਆ ਹੋਇਆ ਹੈ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਤੇ ਇਸ ਮੋਹ ਮਾਇਆ ਦਾ ਪ੍ਰਭੂ ਦੇ ਭਗਤਾਂ ਨੂੰ ਕੋਈ ਵੀ ਸੰਤਾਪ ਨਹੀਂ ਹੁੰਦਾ, ਕੋਈ ਕਲੇਸ਼ ਨਹੀਂ ਹੁੰਦਾ। ਉਹ ਮੋਹ ਮਾਇਆ ਤੋਂ ਉੱਚੇ ਹੁੰਦੇ ਹਨ, ਨਿਰਲੇਪ ਹੁੰਦੇ ਹਨ। ਕਹਿ ਰਵਿਦਾਸ ਭਗਤੀ ਇੱਕ ਬਾਢੀ। ਤਾਂ ਰਵਿਦਾਸ ਆਖਦਾ ਹੈ ਪ੍ਰਭੂ ਤੇਰੀ ਜਿਹੜੀ ਭਗਤੀ ਹੈ ਉਹ ਆਪਣੇ ਹਿਰਦੇ ਵਿੱਚ, ਆਪਣੇ ਮਨ ਵਿੱਚ ਬਹੁਤ ਦ੍ਰਿੜ ਕੀਤੀ ਹੋਈ ਹੈ, ਪੱਕੀ ਕੀਤੀ ਹੋਈ ਹੈ। ਵਾਢੀ ਮਤਲਬ ਵਧਾਈ ਹੋਈ ਹੈ, ਦ੍ਰਿੜ ਕੀਤੀ ਹੋਈ ਹੈ। ਭਗਤੀ ਇੱਕ ਵਾਢੀ। ਅਬ ਇਹ ਕਾਸਿਓ ਕਹੀਐ। ਤੇ ਹੁਣ ਕਿਸੇ ਨਾਲ ਕੋਈ ਸ਼ੰਕਾ ਸ਼ਿਕਵਾ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ। ਭਗਤੀ ਤੇਰੀ ਇੰਨੀ ਪੱਕੀ ਹੋ ਚੁੱਕੀ ਹੈ ਕਿ ਮੋਹ ਤੋਂ ਬਚਣ ਲਈ, ਜਿਹੜਾ ਮੋਹ ਹੈ ਉਸ ਤੋਂ ਬਚਣ ਲਈ ਮੈਂ ਤਾਂ ਤੇਰਾ ਸਿਮਰਨ ਜਿਹੜਾ ਉਹ ਹੀ ਕਰਦਾ ਹਾਂ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ। ਤੋ ਜਿਸ ਮੋਹ ਤੋਂ ਬਚਣ ਲਈ ਤੇਰੀ ਯਾਦ ਵਿੱਚ ਹਾਂ, ਤੇਰਾ ਸਿਮਰਨ ਕਰ ਰਿਹਾ ਹਾਂ, ਜਾ ਕਾਰਨ ਹਮ ਤੁਮ ਆਰਾਧੇ, ਉਸ ਮੋਹ ਦਾ ਦੁੱਖ ਜਿਹੜਾ ਆ ਹੁਣ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ। ਭਾਵ ਇਹ ਹੈ ਕਿ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ। ਸੋ ਸਮਝਣ ਦੀ ਲੋੜ ਹੈ ਇਸ ਪੰਕਤੀ ਨੂੰ। ਤੋ ਜਿਸ ਮੋਹ ਤੋਂ ਬਚਣ ਲਈ ਮੈਂ ਤੇਰੀ ਯਾਦ ਵਿੱਚ ਸਾਂ, ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ। ਭਾਵ ਇਹ ਹੈ ਕਿ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ। ਸੋ ਮਾਇਆ ਦਾ ਮੋਹ ਜਿਹੜਾ ਹੈ ਉਹ ਨਿਕਲ ਗਿਆ ਹੈ। ਇਸ ਲੜੀ ਵਿੱਚ ਜਿਹੜਾ ਅਗਲਾ ਸ਼ਬਦ ਹੈ ਉਹ ਸ਼ੁਰੂ ਹੁੰਦਾ ਹੈ, ਦੁਰਲਭ ਜਨਮ ਪੁੰਨ ਫਲ ਪਾਇਓ। ਮਨੁੱਖਾ ਜਨਮ ਜਿਹੜਾ ਬੜਾ ਦੁਰਲਭ ਹੈ, ਬੇਸ਼ਕੀਮਤੀ ਹੈ। ਪੁੰਨ ਫਲ ਪਾਇਓ, ਬੜੀ ਮੁਸ਼ਕਿਲਾਂ ਨਾਲ ਮਿਲਦਾ ਹੈ। ਅਤੇ ਪਿਛਲੇ ਕੀਤੇ ਜਿਹੜੇ ਚੰਗੇ ਕੰਮ ਹਨ ਉਹਨਾਂ ਦੇ ਫਲ ਵਜੋਂ ਇਹ ਸਾਨੂੰ ਮਿਲਿਆ ਹੈ। ਪੁੰਨ ਫਲ ਪਾਇਓ, ਬਿਰਥਾ ਜਾਤ ਅਭਿਵੇਕੈ।
ਅਵਿਵੇਕੇ ਦਾ ਮਤਲਬ ਹੈ ਗਿਆਨਹੀਣ ਹੋ ਕੇ, ਵਿਵੇਕ ਤੋਂ ਰਹਿਤ ਹੋ ਕੇ, ਅਣਜਾਣਪੁਣਾ। ਤੇ ਸਾਡੇ ਅਣਜਾਣਪੁਣੇ ਵਿੱਚ ਇਹ ਤਾਂ ਵਿਅਰਥ ਹੀ ਜਾ ਰਿਹਾ ਹੈ। ਬੜਾ ਕੀਮਤੀ, ਬੜੇ ਚੰਗੇ ਕਰਮਾਂ ਕਰਕੇ ਮਿਲਿਆ ਹੈ, ਪਰ ਅਗਿਆਨਤਾ ਕਾਰਨ ਇਹਨੂੰ ਅਸੀਂ ਵਿਅਰਥ ਹੀ ਗਵਾ ਰਹੇ ਹਾਂ। ਰਾਜੇ ਇੰਦਰ ਸਮਸਰੀ ਗ੍ਰਿਹ ਆਸਣ। ਤੋ ਅਸੀਂ ਇਹ ਕਦੀ ਵਿਚਾਰ ਨਹੀਂ ਕੀਤੀ ਕਿ ਜੇ ਉਸ ਮਾਲਕ ਦੀ ਬੰਦਗੀ ਤੋਂ ਬਿਨਾਂ ਰਹਿ ਗਏ, ਰਾਜੇ ਇੰਦਰ ਸਮਸਰੀ ਗ੍ਰਿਹ ਆਸਣ ਬਿਨ ਹਰ ਭਗਤੀ ਕਹੋ ਕਿਹ ਲੇਖੈ। ਸੋ ਭਗਤੀ ਤੋਂ ਬਿਨਾਂ ਇਹ ਕਿਸੇ ਲੇਖੇ ਵਿੱਚ ਨਹੀਂ ਹੈ। ਜੇ ਬੰਦਗੀ ਤੋਂ ਵਾਂਝੇ ਰਹਿ ਗਏ, ਪ੍ਰਭੂ ਦੀ ਭਗਤੀ ਤੋਂ ਵਾਂਝੇ ਰਹਿ ਗਏ, ਉਸ ਦੀ ਯਾਦ ਤੋਂ ਕੋਰੇ ਰਹਿ ਗਏ, ਤਾਂ ਫਿਰ ਰਾਜੇ ਇੰਦਰ ਸਮਸਰ ਮੈਨੇ ਬਰਾਬਰ ਗ੍ਰਿਹ ਆਸਣ। ਗ੍ਰਿਹ ਆਸਣ ਦਾ ਮਤਲਬ ਹੈ ਇਹ ਸਾਨੂੰ ਜੋ ਘਰ ਮਿਲੇ ਹਨ, ਮਹਲ ਮਾੜੀਆਂ ਮਿਲੀਆਂ ਹਨ, ਰਾਜੇ ਇੰਦਰ ਦੇ ਸੁਰਗ ਵਰਗੇ ਮਹੱਲਾਂ ਵਰਗੀਆਂ। ਤੋ ਰਾਜਾ ਇੰਦਰ ਜਿਹੜਾ ਹੈ ਭਾਵੇਂ ਕਲਪਿਆ ਪਾਤਰ ਹੈ, ਇੱਕ ਉਦਾਹਰਨ ਲਈ ਹੈ, ਜਿਹਨੂੰ ਲੋਕ ਕਹਿੰਦੇ ਸਨ ਵੀ ਸਵਰਗਾਂ ਦਾ ਰਾਜਾ ਹੈ। ਤੋ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਭਾਵੇਂ ਵੱਡੇ ਵੱਡੇ ਮਹੱਲ ਕਿਸੇ ਕੋਲ ਬਣ ਜਾਣ, ਪਰ ਬਿਨਾਂ ਬੰਦਗੀ ਤੋਂ, ਬਿਨਾਂ ਉਸਦੇ ਸ਼ੁਕਰ ਤੋਂ ਇਹ ਕਿਸੇ ਵੀ ਕੰਮ ਨਹੀਂ। ਬਿਨ ਹਰੀ ਭਗਤੀ ਕਹੋ ਕਿਹ ਲੇਖੈ। ਇਹ ਕਿਸ ਲੇਖੇ ਵਿੱਚ ਰਹਿ ਜਾਂਦੇ ਹਨ? ਭਾਵ ਇਹਨਾਂ ਵਿੱਚ ਰਹਿ ਕੇ ਬੰਦੇ ਨੂੰ ਜੇ ਰੱਬ ਭੁੱਲ ਜਾਂਦਾ ਹੈ ਤਾਂ ਫਿਰ ਇਹਨਾਂ ਦਾ ਮਨੋਰਥ ਜਿਹੜਾ ਆ ਉਹ ਪੂਰਾ ਨਹੀਂ ਹੁੰਦਾ। ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਅਸੀਂ ਤਾਂ ਕਦੀ ਜਿਹੜੇ ਸੰਸਾਰ ਦੇ ਜੀਵ ਹਾਂ, ਉਹ ਪ੍ਰਭੂ ਪਾਤਸ਼ਾਹ ਜਿਹੜਾ ਹੈ ਉਹਦੇ ਨਾਮ ਦਾ ਜਿਹੜਾ ਰਸ ਹੈ, ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਉਹਦੇ ਆਨੰਦ ਨੂੰ, ਉਸਦੀ ਭਗਤੀ ਦੇ ਆਨੰਦ ਨੂੰ ਅਸੀਂ ਤਾਂ ਕਦੇ ਵਿਚਾਰਿਆ ਹੀ ਨਹੀਂ। ਉਹਦੀ ਭਗਤੀ ਵਿੱਚ ਕਿੰਨਾ ਆਨੰਦ ਹੈ, ਉਹਦੀ ਯਾਦ ਵਿੱਚ ਕਿੰਨਾ ਆਨੰਦ ਹੈ, ਉਹਦੇ ਬਣਾਏ ਹੋਏ ਨਿਯਮਾਂ ਅਨੁਸਾਰ ਚੱਲਣ ਵਿੱਚ ਕਿੰਨਾ ਆਨੰਦ ਹੈ, ਕਦੀ ਵਿਚਾਰਿਆ ਹੀ ਨਹੀਂ। ਜੇ ਰਸ ਅਨਰਸ ਬਿਸਰ ਜਾਹੀ। ਤੋ ਜਿਸ ਬੰਦਗੀ ਦੇ ਰਸ ਦੇ ਨਾਲ, ਜਿਸ ਭਗਤੀ ਦੇ ਰਸ ਦੇ ਨਾਲ, ਭਗਤੀ ਦੀ ਬਰਕਤ ਨਾਲ ਇਹ ਜਿਹੜੇ ਸੰਸਾਰ ਦੀ ਮੋਹ ਮਾਇਆ ਹੈ, ਇਹਦੇ ਚਸਕੇ ਜਿਹੜੇ ਆ ਉਹ ਦੂਰ ਹੋ ਜਾਂਦੇ ਆ। ਅਸੀਂ ਜੀਵਾਂ ਨੇ ਕਦੀ ਉਸ ਭਗਤੀ ਦਾ ਰਸ ਜਿਹੜਾ ਹੈ ਉਸ ਨੂੰ ਕਦੀ ਸਮਝਿਆ ਨਹੀਂ, ਵਿਚਾਰਿਆ ਹੀ ਨਹੀਂ, ਜਿਸ ਕਾਰਨ ਦੁਨੀਆ ਦੇ ਮੋਹ ਮਾਇਆ ਦੇ ਚਸਕੇ ਜਿਹੜੇ ਆ ਇਹਨਾਂ ਤੋਂ ਜੀਵ ਜਿਹੜਾ ਹੈ ਉਹ ਨਿਰਲੇਪ ਹੁੰਦਾ ਹੈ। ਰਹਾ ਜਾਨੀ ਅਜਾਨ ਭਏ ਹਮ ਬਾਵਰ। ਜਾਣਦੇ ਬੁੱਝਦੇ ਵੀ ਅਸੀਂ ਤਾਂ ਕਮਲੇ ਬਣੇ ਫਿਰਦੇ ਹਾਂ, ਮੂਰਖ ਬਣੇ ਹੋਏ ਹਾਂ। ਸੋਚ ਅਸੋਚ ਦਿਵਸ ਜਾਹੀ। ਤੇ ਸੋਚ ਮਤਲਬ ਹੈ ਚੰਗੀਆਂ ਮੰਦੀਆਂ ਵਿਚਾਰਾਂ ਕਰ ਰਹੇ ਹਾਂ, ਤੇ ਇਹਦੇ ਵਿੱਚ ਸਾਡੀ ਉਮਰ ਜਿਹੜੀ ਆ ਉਹ ਲੰਘਦੀ ਜਾ ਰਹੀ ਹੈ, ਭਗਤੀ ਵੱਲ ਨੂੰ ਧਿਆਨ ਨਹੀਂ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧੀ। ਤੋ ਸਬਲ ਦਾ ਮਤਲਬ ਹੈ ਤਕੜੀ, ਬਲ ਵਾਲੀ। ਸੋ ਸਾਡੇ ਵਿੱਚ ਇੰਦਰੀਆਂ ਦਾ ਰਸ ਜਿਹੜਾ ਹੈ, ਇੰਦਰੀਆਂ ਦਾ ਜ਼ੋਰ ਜਿਹੜਾ ਇਹ ਵੱਧ ਰਿਹਾ ਹੈ। ਕਾਮ ਕ੍ਰੋਧ ਲੋਭ ਹੰਕਾਰ ਆਦਿਕ ਇਹਨਾਂ ਦੀ ਭਟਕਣਾ ਜਿਹੜੀ ਹੈ ਉਹ ਵੱਧ ਰਹੀ ਹੈ। ਇਹ ਇੰਦਰੀਆਂ ਤਕੜੀਆਂ ਹੋ ਰਹੀਆਂ ਹਨ ਤੇ ਸਾਡੀ ਬੁੱਧੀ ਜਿਹੜੀ ਹੈ ਇਹ ਕਮਜ਼ੋਰ ਮਾੜੀ ਬਣ ਰਹੀ ਹੈ। ਨਿਬਲ ਨਿਰਬਲ, ਕਮਜ਼ੋਰ। ਵਿਵੇਕ ਬੁੱਧੀ ਤੋਂ ਵਿਚਾਰ, ਬੰਦਿਆਂ ਦੀ ਜਿਹੜੀ ਵਿਚਾਰ ਸ਼ਕਤੀ ਹੈ, ਵਿਵੇਕ ਬੁੱਧੀ ਆ, ਉਹ ਘਟ ਰਹੀ ਆ। ਤੇ ਇਹਨਾਂ ਦੇ ਜਿਹੜੇ ਗਿਆਨ ਇੰਦਰੇ ਹਨ, ਕਰਮ ਇੰਦਰੇ ਹਨ, ਉਹ ਮਨੁੱਖ ਨੂੰ ਉਲਟ ਪਾਸੇ ਵੱਲ ਤੋਰੀ ਜਾ ਰਹੇ ਹਨ। ਪਰਮਾਰਥ ਪਰਵੇਸ਼ ਨਹੀਂ। ਤੇ ਪਰਮਾਰਥ ਮਨੇ ਸਾਨੂੰ ਕੀ ਚਾਹੀਦਾ ਹੈ? ਸਾਡੀ ਸਭ ਤੋਂ
ਜ਼ਿਆਦਾ ਲੋੜ ਕੀ ਹੈ, ਇਹਦੀ ਕਦੀ ਅਸੀਂ ਵਿਚਾਰ ਨਹੀਂ ਕੀਤੀ। ਇਹ ਗੱਲ ਸਾਨੂੰ ਕਦੀ ਫੁਰੀ ਨਹੀਂ ਕਿ ਜੀਵਨ ਸਫਲ ਜਿਹੜਾ ਉਹ ਕਿਵੇਂ ਕਰਨਾ ਹੈ। ਕਹੀਏ ਆਨ ਅਚਰੀਤ ਅਨ ਕਛ, ਕਹੀਏ ਆਨ ਅਸੀਂ ਕਹਿੰਦੇ ਕੁਛਾਂ, ਆਖਦੇ ਕੁਛਾਂ, ਅਚਰੀਤ ਅਨ ਕਛ ਪਰ ਕਰਦੇ ਕੁਝ ਹੋਰ ਆ। ਮੂੰਹ ਕੁਝ ਹੋਰ ਬੋਲਦੇ ਆ ਤੇ ਇੰਦਰੀਆਂ ਨਾਲ ਕਰਦੇ ਕੁਝ ਹੋਰ ਹੀ ਆ। ਸਮਝ ਨਾ ਪਰੈ ਅਪਰ ਮਾਇਆ, ਤੋ ਅਪਰ ਦਾ ਮਤਲਬ ਹੈ ਇਹ ਮਾਇਆ ਇੰਨੀ ਤਕੜੀ ਹੈ, ਬਲਵਾਨ ਹੈ ਕਿ ਸਾਨੂੰ ਆਪਣੀ ਮੂਰਖਤਾ ਨਾਲ, ਕਿਉਂਕਿ ਕਮਲੇ ਝੱਲੇ ਹੋਏ ਫਿਰਦੇ ਆ ਨਾ, ਇਹ ਸਾਨੂੰ ਇਸ ਦੀ ਸਮਝ ਹੀ ਨਹੀਂ ਪੈਂਦੀ ਕਿ ਮਾਇਆ ਇੰਨੀ ਤਕੜੀ ਹੋ ਰਹੀ ਹੈ, ਬਲਵਾਨ ਹੋ ਰਹੀ ਹੈ। ਸਾਨੂੰ ਮੋਹ ਮਾਇਆ ਦੇ ਚੱਕਰ ਵਿੱਚ ਇਹ ਫਸਾਈ ਜਾ ਰਹੀ ਹੈ। ਇਹ ਸਾਡੀ ਆਪਣੀ ਮੂਰਖਤਾ ਕਾਰਨ ਸਾਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ, ਪਤਾ ਹੀ ਨਹੀਂ ਲੱਗ ਰਿਹਾ, ਕਿਉਂਕਿ ਅਸੀਂ ਜਾਣਦੇ ਬੁੱਝਦੇ ਹੋਏ ਵੀ ਮੂਰਖ ਤੇ ਕਮਲੇ ਬਣੇ ਹੋਏ ਹਾਂ। ਕਹਿ ਰਹੇ ਵੀ ਦਾਸ ਉਦਾਸ ਦਾਸ ਮਤ ਪਰ ਹਰਿ ਕੋਪ ਕਰੋ ਜੀ ਦਇਆ। ਸੋ ਦਾਸ ਦਾ ਮਤਲਬ ਸੇਵਕ, ਤੇਰਾ ਦਾਸ ਰਵਿਦਾਸ ਇਹ ਆਖ ਰਿਹਾ ਹੈ, ਪ੍ਰਭੂ ਉਦਾਸ ਮਤ, ਮੈਂ ਹੁਣ ਇਹ ਜਿਹੜਾ ਝੱਲਪੁਣਾ ਹੈ, ਮੂਰਖਪੁਣਾ ਹੈ, ਇਹ ਤੋਂ ਹੁਣ ਉਪਰਾਮ ਹੋ ਗਿਆ ਹਾਂ। ਇਹ ਤੋਂ ਹੁਣ ਮੈਂ ਉਦਾਸੀ ਧਾਰਨ ਕਰ ਲਈ ਹੈ, ਮਾਂ ਕਮਲਪੁਣਾ ਛੱਡ ਦਿੱਤਾ ਹੈ, ਮੂਰਖਪੁਣਾ ਹੁਣ ਨਹੀਂ ਰਹਿ ਗਿਆ ਤੇਰੀ ਬੰਦਗੀ ਕਾਰਨ। ਤੇ ਇਸ ਕਰਕੇ ਪਰ ਹਰਿ ਕੋਪ, ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ, ਪਰ ਹਰ ਮੈਨੇ ਛੱਡ ਦਿਓ। ਕੋਪ ਹੁੰਦਾ ਗੁੱਸਾ। ਤੂੰ ਮੇਰਾ ਅਣਜਾਣਪੁਣਾ ਜਿਹੜਾ ਸੀ, ਇਹਦੇ ਉੱਪਰ ਹੁਣ ਤੁਸੀਂ ਕੋਈ ਰੋਸ਼ ਨਾ ਕਰਿਓ ਤੇ ਕਰੋ ਜੀ ਦਇਆ, ਤੇ ਮੇਰੇ ਉੱਤੇ ਕਿਰਪਾ ਰੱਖੋ, ਮਿਹਰ ਰੱਖੋ, ਆਪਣੀ ਭਗਤੀ ਨਾਲ ਮੈਨੂੰ ਜੋੜੀ ਰੱਖੋ। ਤੇ ਸਾਨੂੰ ਜੀਵਾਂ ਨੂੰ ਇਸ ਤਰ੍ਹਾਂ ਹੀ ਅਰਦਾਸ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਇੱਥੇ ਉਪਦੇਸ਼ ਦਿੱਤਾ ਗਿਆ ਹੈ। ਅਗਲਾ ਸ਼ਬਦ ਹੈ ਸੁਰਠ ਰਾਗ ਦਾ, ਸੁਖ ਸਾਗਰ ਸੁਰਤਰ ਚਿੰਤਾਮਨੀ ਕਾਮ ਧੇਨ ਵਸ਼ ਜਾ ਕੇ। ਤੋ ਲੋਕ ਇਸ ਨੂੰ ਬਸ ਵੀ ਪੜ੍ਹਦੇ ਹਨ, ਆਮ ਪ੍ਰਚਲਿਤ ਹੈ, ਪਰ ਅਸਲੀ ਸ਼ਬਦ ਜਿਹੜਾ ਸ਼ਾਸ ਹੋਣ ਨਾਲ ਹੁੰਦਾ ਹੈ, ਵਸ਼ ਵਿੱਚ ਆ ਜਾਣਾ। ਇਹਦੇ ਵਿੱਚ ਸੁਰਤਰ ਸ਼ਬਦ ਆਇਆ, ਇਹਨੂੰ ਕਹਿੰਦੇ ਸੁਰਗ ਦੇ ਰੁੱਖ। ਸੁਰਤਰ ਸੁਰਗ ਦੇ ਰੁੱਖ, ਇਹ ਕਹਾਣੀਆਂ ਘੜੀਆਂ ਹੋਈਆਂ ਹਨ ਵੀ ਸੁਰਗ ਜਿਹੜਾ ਹੈ, ਸੁਰਗ ਤਾਂ ਅੱਗੇ ਤਾਂ ਹੈ ਹੀ ਨਹੀਂ, ਪਰ ਜਿਹੜੀਆਂ ਕਹਾਣੀਆਂ ਘੜੀਆਂ ਉਹਦੇ ਮੁਤਾਬਕ ਜਿਹੜਾ ਸੁਰਗ ਹੈ ਗਾਂਹ ਕਿਤੇ, ਉਹਦੇ ਵਿੱਚ ਇਹਨਾਂ ਕਹਾਣੀਆਂ ਨੇ 5 ਪ੍ਰਕਾਰ ਦੇ ਰੁੱਖ ਮੰਨੇ ਹੋਏ ਆ। ਸੁਰ ਤਰ, ਤਰ ਮੈਨੇ ਰੁੱਖ। ਉਹ ਕਿਹੜੇ ਕਿਹੜੇ ਆ? ਮੰਦਾਰ, ਪਾਰਜਾਤ, ਸੰਤਾਨ, ਹਰੀ ਚੰਦਨ ਤੇ ਕਲਪ ਰੁੱਖ। ਇਹ 5 ਰੁੱਖ ਜਿਹੜੇ ਅਖੇ ਸਵਰਗ ਵਿੱਚ ਹੁੰਦੇ ਹਨ। ਭਾਵੇਂ ਇਹ ਕੋਈ ਸੱਚਾਈ ਨਹੀਂ ਹੈ, ਪਰ ਕਹਾਣੀਆਂ ਉਸ ਵੇਲੇ ਇਸ ਤਰ੍ਹਾਂ ਘੜੀਆਂ ਹੋਈਆਂ ਸਨ, ਜਿਹੜੀਆਂ ਹਿੰਦੂ ਮਤ ਦੀਆਂ ਪੁਸਤਕਾਂ ਵਿੱਚ ਲਿਖੀਆਂ ਹੋਈਆਂ। ਸੁਰ ਤਰ, ਭਾਵੇਂ ਸੁਰਗ ਦੇ ਇਹ 5 ਰੁੱਖ ਹੋਣ। ਸੁਖ ਸਾਗਰ, ਸੁੱਖਾਂ ਦਾ ਸਮੁੰਦਰ। ਸੁਰਤਰ ਚਿੰਤਾਮਨੀ, ਚਿੰਤਾਮਨੀ ਦਾ ਮਤਲਬ ਹੁੰਦਾ ਜਿਹੜੀ ਚਿੰਤਾ ਨੂੰ, ਚਿਤਵਨੀ ਜਿਹੜੀ ਹੈ ਬੰਦੇ ਦੀ, ਆਸਾ ਜਿਹੜੀ ਹੈ ਉਹ ਪੂਰੀ ਕਰਨ ਵਾਲੀ, ਉਹਨੂੰ ਚਿੰਤਾਮਨੀ ਕਿਹਾ ਜਾਂਦਾ ਹੈ। ਕਾਮ ਧੇਨ, ਕਾਮ ਧੇਨ ਇੱਕ ਗਾਂ ਮੰਨੀ ਗਈ ਆ। ਇਹ ਵੀ ਹਿੰਦੂ ਮਤ ਅਨੁਸਾਰ ਆਖੇਗਾ ਗਾਂ ਜਿਹੜੀ ਕਿੱਥੇ ਰਹਿੰਦੀ ਆ? ਦੁਨੀਆ 'ਤੇ ਨਹੀਂ ਰਹਿੰਦੀ, ਇਹ ਤਾਂ ਹੀ ਰਹਿੰਦੀ ਕਿਤੇ ਆਖਿਰ ਸੁਰਗ ਵਿੱਚ ਰਹਿੰਦੀ ਆ। ਅਤੇ ਕੀ ਕਰਦੀ ਹੈ? ਇਹ ਕਾਮਨਾ ਪੂਰੀਆਂ ਕਰਦੀ ਹੈ। ਨਾ ਕਿਸੇ ਨੇ ਸਵਰਗ ਜਾ ਕੇ ਦੇਖਿਆ, ਤੇ ਇਹ ਥੱਲੇ ਆ ਇੱਥੇ ਦੁਨੀਆ ਵਿੱਚ ਇਹ ਬ੍ਰਾਹਮਣ ਆਦਿਕਾਂ ਨੇ ਇਹ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਕੱਸਣ ਵਾਸਤੇ ਇੱਦਾਂ ਦੀਆਂ ਕਹਾਣੀਆਂ ਘੜੀਆਂ ਹੋਈਆਂ ਸਨ ਵੀ ਗਾਂ ਕਾਮ ਤੇ ਗਾਂ ਜਿਹੜੀ ਆ ਉਹ ਸਾਰੀਆਂ ਅਸਾਂ ਪੂਰੀਆਂ ਕਰਦੀ ਹੈ, ਸਾਨੂੰ ਇੰਨਾ ਕੁਛ ਦਾਨ ਕਰ ਜਾਓ ਤੇ ਬਸ ਠੀਕ ਠਾਕ ਹੈ। ਤੋ ਆਪਣੇ ਹਲਵੇ ਮੰਡੇ ਬਣਾਉਣ ਵਾਸਤੇ ਕਹਾਣੀਆਂ ਘੜੀਆਂ ਹੋਈਆਂ ਸਨ।
ਹੁਣ ਗੁਰੂ ਰਵਿਦਾਸ ਜੀ ਸਭ ਕੁਝ ਰੱਦ ਕਰਦੇ ਪਏ ਹਨ। ਇੱਥੇ ਗੁਰਬਾਣੀ ਵਿੱਚ ਵੀ ਬਹੁਤ ਥਾਵਾਂ ਤੇ ਇਹ ਗੱਲ ਰੱਦ ਕੀਤੀ ਗਈ ਆ। ਗੁਰਬਾਣੀ 'ਚ ਕਿਹਾ ਕਾਮ ਧੇਨ ਪਾਰ ਜਾਤ ਹਰੀ ਹਰੀ ਰੁੱਖ। ਜਿਹੜਾ ਹਰੀ ਦਾ ਸਿਮਰਨ ਹੈ, ਹਰੀ ਦੀ ਯਾਦ ਹੈ, ਇਹੀ ਕਾਮ ਧੇਨ ਗਾਂ ਹੈ, ਇਹੀ ਸੁਰਗ ਦੇ ਰੁੱਖ ਹਨ। ਤੇ ਸੁਰਗ ਦੇ ਰੁੱਖਾਂ ਦੀ ਲੋੜ ਨਹੀਂ, ਨਾ ਕਾਮ ਧੇਨ ਗਊ ਦੀ ਲੋੜ ਹੈ। ਇਹ ਗੱਲ ਇੱਥੇ ਸਮਝਾ ਰਹੇ ਹਨ। ਸੁੱਖਾਂ ਦਾ ਸਮੁੰਦਰ ਜਿਹੜਾ ਹੈ ਉਹ ਪ੍ਰਭੂ ਪਾਤਸ਼ਾਹ ਹੈ, ਨਾ ਤਾਂ ਸੁਰਗ ਦੇ ਰੁੱਖ ਹਨ, ਨਾ ਇਹ ਚਿੰਤਾਮਣੀ ਹੈ, ਨਾ ਇਹ ਕਾਮਤਨ ਗਾਂ, ਕਿਉਂਕਿ ਇਹ ਵਸ ਜਾ ਕੇ ਇਹ ਸਾਰੇ ਹੀ ਉਸ ਪ੍ਰਭੂ ਦੇ ਮਾਲਕ ਦੇ ਵਸ ਵਿੱਚ ਹਨ, ਉਹਦੀਆਂ ਹੱਥਾਂ ਦੀਆਂ ਸਮਝ ਲਓ ਤਲੀਆਂ ਉੱਤੇ ਹਨ। ਤੇ ਜੇ ਇਹ ਸਾਰੀਆਂ ਰੱਬ ਦੇ ਵਸ ਵਿੱਚ ਹਨ ਤੇ ਰੱਬ ਵੱਡਾ ਹੋਇਆ ਕਿ ਇਹ ਵੱਡੇ ਹੋਏ? ਰੱਬ ਵੱਡਾ ਹੋਇਆ। ਚਾਰ ਹੀ ਪਦਾਰਥ ਤੋਂ ਚਾਰ ਕਿਸਮ ਦੇ ਪਦਾਰਥ ਮੰਨੇ ਗਏ ਹਨ ਗ੍ਰੰਥਾਂ ਵਿੱਚ। ਧਰਮ ਹੈ, ਅਰਥ ਹੈ, ਕਾਮ ਹੈ ਭਾਵ ਇੱਛਾਵਾਂ ਪੂਰੀਆਂ, ਮੋਖ। ਇਹ ਚਾਰ ਪਦਾਰਥ ਹਨ, ਧਰਮ, ਅਰਥ, ਕਾਮ ਅਤੇ ਮੋਕਸ਼। ਤੋ ਰੁਪਇਆ, ਪੈਸਾ, ਕਾਮਨਾਵਾਂ, ਮੁਕਤੀ, ਧਰਮ, ਫਰਜ਼, ਇਹ ਚਾਰ ਪਦਾਰਥ ਮੰਨੇ ਗਏ ਹਨ। ਚਾਰ ਹੀ ਪਦਾਰਥ ਰਾਰਿਓਂ ਸਿਆਰੀ ਜਿਹੜੀ ਹੈ ਗਿਣਤੀ ਵਾਲੀ ਹੁੰਦੀ, ਚਾਰ ਹੀ। ਅਸ਼ਟ ਦਸ਼ਾ ਸਿੱਧ, ਅਸ਼ਟ ਮੈਨੇ 8, ਦਸ਼ਾ ਮੈਨੇ 10। ਅਸ਼ਟ ਦਸ਼ਾ ਸਿੱਧ, ਸਿੱਧੀ ਮਤਲਬ ਸਿੱਧੀਆਂ, ਤੋਂ ਅਸ਼ਟ ਤੇ 10 18 ਬਣ ਗਈਆਂ। 18 ਸਿੱਧੀਆਂ ਜਿਹੜੀਆਂ ਮੰਨੀਆਂ ਗਈਆਂ ਹਨ ਪੁਰਾਣੇ ਗ੍ਰੰਥਾਂ ਵਿੱਚ, ਹਿੰਦੂ ਮਤ ਦੇ ਗ੍ਰੰਥਾਂ ਵਿੱਚ। ਨਵ ਨਿਧੀ ਤੇ 9 ਨਿਧੀਆਂ ਮੰਨੀਆਂ ਗਈਆਂ ਹਨ। ਕਰ ਤਲ ਤਾ ਕੇ, ਕਰ ਮੈਨੇ ਹੱਥ, ਤਲ ਮੈਨੇ ਤਲੀਆਂ। ਪਿਆਰਿਓ, ਇਹ ਗੁਰੂ ਰਵਿਦਾਸ ਜੀ ਕਹਿੰਦੇ ਨੇ ਇਹ ਤਾਂ ਉਸ ਮਾਲਕ ਦੇ ਜਿਹੜਾ ਸੁੱਖਾਂ ਦਾ ਸਮੁੰਦਰ ਹੈ ਉਹਦੇ ਹੱਥਾਂ ਦੇ ਖੇਡ ਰਹੀਆਂ ਹਨ, ਉਹਦੀਆਂ ਹੱਥਾਂ ਦੀਆਂ ਤਲੀਆਂ ਉੱਤੇ ਹਨ। ਰੱਬ ਦੇ ਹੱਥ ਕੋਈ ਨਹੀਂ, ਸਮਝਣ ਵਾਲੀ ਗੱਲ ਹੈ। ਇਸਦਾ ਮਤਲਬ ਹੈ ਕਿ ਜੋ ਸਿਮਰਨ ਹੈ, ਜੋ ਪ੍ਰਭੂ ਦੀ ਯਾਦ ਹੈ, ਜੋ ਉਸਦੇ ਬਣਾਏ ਗਏ ਨਿਯਮਾਂ ਅਨੁਸਾਰ ਚੱਲਣਾ ਹੈ, ਇਹ ਸਾਰੇ ਸੁੱਖਾਂ ਦਾ ਕਾਰਨ ਹੈ। ਇਹ ਸੁੱਖਾਂ ਦਾ ਸਮੁੰਦਰ ਹੈ। ਨਾ ਸੁਰਗ ਦੇ 5 ਰੁੱਖ, ਨਾ ਕੋਈ ਚਿੰਤਾਮਣੀ, ਨਾ ਕੋਈ ਕਾਮਧੇਨ ਗਾਂ, ਨਾ ਹੀ ਚਾਰ। ਇਹ ਸਾਰਾ ਕੁਝ ਉਸਦੇ ਵਸ ਵਿੱਚ ਹੈ, ਉਹਦੇ ਕਾਬੂ ਵਿੱਚ ਹੈ। ਤੇ ਜਿਹਦੇ ਕਾਬੂ ਵਿੱਚ ਹੈ, ਕਿਉਂ ਨਾ ਉਸ ਨੂੰ ਯਾਦ ਕੀਤਾ ਜਾਵੇ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮਗਰ ਫਿਰਦੀਆਂ ਹਨ ਬੰਦੇ ਦੇ, ਚੀਜ਼ਾਂ ਮਗਰ ਨਹੀਂ ਫਿਰਨਾ, ਰੱਬ ਮਗਰ ਫਿਰਨਾ, ਪ੍ਰਭੂ ਮਗਰ ਫਿਰਨਾ, ਇਹ ਇਸ ਦਾ ਉਪਦੇਸ਼ ਹੈ। ਹਾਰੀ 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 ਨਾ ਜਪਹਿ ਰਸਨਾ। ਰਸਨਾ ਦਾ ਮਤਲਬ ਹੈ ਜੀਵ। ਸੋ ਪੰਡਤ ਨੂੰ ਕੋਈ ਸੰਬੋਧਨ ਕੀਤਾ ਗਿਆ ਹੈ ਇੱਥੇ, ਕਿਉਂਕਿ ਪੰਡਤ ਹੀ ਨੀਵੀਂ ਜਾਤੀ ਨਾਲ ਨਫ਼ਰਤ ਕਰਦੇ ਸਨ। ਅਤੇ ਬਹੁਤੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਚਰਚਾਵਾਂ ਉਹ ਪੰਡਤਾਂ ਬ੍ਰਾਹਮਣਾਂ ਨਾਲ ਹੋਈਆਂ। ਇਹ ਪੰਡਤ, ਤੂੰ ਸਾਰੀਆਂ ਫੋਕੀਆਂ ਇੱਦਾਂ ਦੀਆਂ ਗੱਲਾਂ ਛੱਡ ਕੇ ਅਵਰ ਸਭ ਤਿਆਗ ਬਚਨ ਰਚਨਾ, ਫੋਕੀਆਂ ਗੱਲਾਂ ਇਹ ਛੱਡ ਕੇ ਆਪਣੀ ਜੀਵ ਦੇ ਨਾਲ ਤੂੰ ਰੱਬ ਕਿਉਂ ਨਹੀਂ ਕਰਦਾ? ਹਾਰੀ 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 ਨਾ ਜਪੇ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਤੂੰ ਪੰਡਤ ਨੂੰ ਕਹਿ ਰਿਹਾ ਨਾ, ਤੂੰ ਆਪਣੇ ਇਹ 5 ਸੁਰਗ ਦੇ ਰੁੱਖ ਚੁੱਕੀ ਫਿਰਦਾ, ਇਹ ਚਿੰਤਾਮਣੀ ਚੁੱਕੀ ਫਿਰਦਾ, ਇਹ ਕਾਮਤੇਨ ਗਾਂ ਚੁੱਕੀ ਫਿਰਦਾ, ਤੇ ਰਿਧੀਆਂ ਇਸਤੀਆਂ ਚੁੱਕੀ ਫਿਰਦਾ। ਇਹਨਾਂ ਨੂੰ, ਇਹ ਫੋਕੀਆਂ ਗੱਲਾਂ ਨੂੰ ਛੱਡ ਕੇ ਤੂੰ ਉਸ ਨੂੰ ਰੱਬ ਨੂੰ ਕਿਉਂ ਨਹੀਂ ਯਾਦ ਕਰ ਲੈਂਦਾ? ਤੇ ਇਹ ਬੜੀ ਵੱਡੀ ਚੋਟ ਹੈ ਇਹਨਾਂ ਚੀਜ਼ਾਂ ਉੱਤੇ। ਰਹਾਉ ਨਾਨਾ ਖਿਆਨ ਪੁਰਾਨ ਵੇਦ ਵਿਧੀ 34 ਅੱਖਰ ਮਾਹੀ। ਤੋ ਨਾਨਾ ਖਿਆਨ, ਪੁਰਾਣਾ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਖਿਆਨ ਨਾਨਾ ਕਈ ਕਿਸਮਾਂ ਦੇ ਜਿਹੜੇ ਪੁਰਾਣਾਂ ਵਿੱਚ, ਜਿਵੇਂ ਗਰੁੜ ਪੁਰਾਣ ਹੋਇਆ, ਸ਼ਿਵ ਪੁਰਾਣ ਹੋਇਆ, ਇਹ ਹਿੰਦੂ ਮਤ ਦੀਆਂ ਪੁਸਤਕਾਂ, ਉਹਨਾਂ ਵਿੱਚ ਭਾਂਤ ਭਾਂਤ ਦੇ ਇੱਦਾਂ ਦੇ ਪ੍ਰਸੰਗ ਲਿਖੇ ਹੋਏ ਆ। ਇਹ ਪੰਡਤ, ਇਹ ਭਾਂਤ ਭਾਂਤ ਦੇ ਪ੍ਰਸੰਗ ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਵੇਦ ਵਿਧੀ 34 ਅੱਖਰ ਮਾਹੀ, ਇਹ ਸਭ ਜਿਹੜੀ 34 ਅੱਖਰ ਮਾਹੀ ਸਭ ਵਾਕ ਰਚਨਾ ਹੀ ਹਨ। ਇਹ ਅਨੁਭਵੀ ਗਿਆਨ ਨਹੀਂ ਹੈ, ਇਹ ਵਾਕ ਰਚਨਾ ਹੀ ਆ। ਲਿਖ ਕੇ ਮਾਰਿਆ, ਇਹ ਕੋਈ ਅਨੁਭਵ ਤੋਂ ਉਤਰਿਆ ਗਿਆਨ ਨਹੀਂ। ਪੁਰਾਣਾਂ ਦੀਆਂ ਕਹਾਣੀਆਂ ਤੇ ਵੇਦਾਂ ਦੀਆਂ ਦਸੀਆਂ ਵਿਧੀਆਂ, ਇਹ ਸਿਰਫ 34 ਅੱਖਰਾਂ ਦਾ ਗਿਆਨ ਹੈ। ਇਹਦਾ ਮਤਲਬ ਇਹ ਫੋਕੀਆਂ ਵਾਕ ਰਚਨਾਵਾਂ ਹਨ। ਇਹ ਕੋਈ ਫਸਟ ਹੈਂਡ ਐਕਸਪੀਰੀਅੰਸ, ਅਨੁਭਵੀ ਗਿਆਨ ਨਹੀਂ ਹੈ ਜਿਹੜਾ ਕਿ
ਉਸ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਹਿਰਦੇ ਵਿੱਚ ਪੈਦਾ ਹੁੰਦਾ ਹੈ। ਇਹ ਇਦਾਂ ਦਾ ਇਹਨਾਂ ਦਾ ਗਿਆਨ ਨਹੀਂ ਹੈ। ਬਿਆਸ ਵਿਚਾਰ ਕਹਿਓ ਪਰਮਾਰਥ, RAM ਨਾਮ ਸਰ ਨਾਹੀ। ਤੋ ਵਿਆਸ ਦਾ ਮਤਲਬ ਹੈ ਜਿਹੜਾ ਰਿਸ਼ੀ ਹੋਇਆ ਇੱਕ ਵਿਆਸ ਰਿਸ਼ੀ, ਉਹਦਾ ਨਾਂ ਹੈ। ਤੋ ਇਹ ਪੰਡਤ, ਵੇਦਾਂ ਦਾ ਖੋਜੀ ਜਿਹੜਾ ਵਿਆਸ ਰਿਸ਼ੀ ਹੋਇਆ ਹੈ, ਉਹਨੇ ਵੀ ਇਹ ਗੱਲ ਕਹੀ ਹੈ। ਵਿਆਸ ਵਿਚਾਰ ਕਹਿਓ, ਵਿਚਾਰ ਕੇ ਉਹਨੇ ਵੀ ਗੱਲ ਦੱਸੀ ਹੈ ਪਰਮਾਰਥ ਵਾਲੀ। ਕੀ ਦੱਸੀ ਹੈ? RAM ਨਾਮ ਸਰ ਨਾਹੀ। ਤੋ ਉਹਨੇ ਵੀ ਦੱਸਿਆ ਹੈ ਕਿ ਜਿਹੜਾ ਪਰਮ ਤਾਤੀ ਗੱਲ ਜਿਹੜੀ ਹੈ ਉਹਨੇ ਕਹੀ ਹੈ ਕਿ ਜੋ ਪ੍ਰਭੂ ਦਾ ਈਸ਼ਵਰ ਦਾ ਸਿਮਰਨ ਹੈ, ਨਾਮ ਸਿਮਰਨ ਹੈ, ਉਹਦੀ ਬਰਾਬਰੀ ਇਹ ਕੋਈ ਨਹੀਂ ਕਰ ਸਕਦੇ। ਇਹ ਕਹਾਣੀਆਂ, ਇਹ ਪੁਰਾਣਾਂ ਦੀਆਂ ਕਹਾਣੀਆਂ, ਵੇਦਾਂ ਦੀਆਂ ਵਿਧੀਆਂ, ਇਹ ਪ੍ਰਭੂ ਦੇ ਨਾਮ ਦੀ ਬੰਦਗੀ ਦੇ ਬਰਾਬਰ ਨਹੀਂ ਚੱਲ ਸਕਦੇ। ਪ੍ਰਭੂ ਦੀ ਬੰਦਗੀ ਇਹਨਾਂ ਨਾਲੋਂ ਉੱਚੀ ਹੈ। ਇਹ ਵਿਆਸ ਰਿਸ਼ੀ ਨੇ ਵੀ ਗੱਲ ਕਹੀ ਹੈ, ਜਿਹਨੇ ਵੇਦਾਂ ਦੀ ਖੋਜ ਕੀਤੀ ਹੈ। ਸਾਜ ਸਮਾਧਿ ਉਪਾਧਿ ਰਹਿਤ ਫੁਨ, ਵੱਡਾ ਭਾਗ ਲਿਵ ਲਾਗੀ, ਕਹਿ ਰਵਿਦਾਸ ਪ੍ਰਗਾਸ਼ ਹਿਰਦੈ ਧਾਰੇ, ਜਨਮ ਮਰਨ ਪੈ ਭਾਗੀ। ਸੋ ਕਹਿ ਰਵਿਦਾਸ ਨੇ, ਰਵਿਦਾਸ ਆਖਦਾ ਹੈ ਵੱਡੀ ਕਿਸਮਤ ਨਾਲ ਜੇ ਕਿਸੇ ਪ੍ਰਾਣੀ ਦੀ ਸੁਰਤੀ ਜਿਹੜੀ ਹੈ ਉਹ ਮਾਲਕ ਦੀ ਯਾਦ ਵਿੱਚ ਜੁੜਦੀ ਹੈ, ਸਹਜ ਸਮਾਧ ਉਸ ਵਿੱਚ ਜੁੜਦੀ ਹੈ, ਸੁਰਤੀ ਉਸ ਦੀ ਸਹਿਜ ਅਵਸਥਾ ਵਿੱਚ ਜੁੜਦੀ ਹੈ, ਫਿਰ ਉਹਦਾ ਮਨ ਜਿਹੜਾ ਹੈ ਉਹ ਫਿਰ ਸਹਿਜ ਵਿੱਚ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਤੇ ਫਿਰ ਉਪਾਧੀ ਦਾ ਮਤਲਬ ਹੁੰਦਾ ਰੋਗ ਆਦਿ, ਵਿਆਧੀ, ਉਪਾਧੀ ਰੋਗਾਂ ਦੇ ਨਾਂ ਹਨ ਵੱਖ ਵੱਖ। ਕਲੇਸ਼, ਤਾਂ ਕੋਈ ਵੀ ਕਲੇਸ਼ ਜਿਹੜਾ ਆ ਉਹ ਫਿਰ ਉਸ ਪ੍ਰਾਣੀ ਵਿੱਚ ਉੱਠਦਾ ਨਹੀਂ ਹੈ, ਉਸਨੂੰ ਉਹ ਕੋਈ ਫਿਰ ਉਹ 'ਤੇ ਦਾਬਾ ਨਹੀਂ ਪਾਉਂਦਾ। ਸਹਜ ਸਮਾਧ ਉਪਾਧਿ ਰਹਿਤ ਮਤਲਬ ਉਹ ਕਲੇਸ਼ਾਂ ਤੋਂ ਰਹਿਤ ਫਿਰ ਹੋ ਜਾਂਦਾ ਹੈ, ਕਿਉਂਕਿ ਉਹਦੇ ਆਪਣੇ ਮਨ ਵਿੱਚ ਚਾਨਣ ਹੋ ਜਾਂਦਾ ਹੈ ਪ੍ਰਭੂ ਦੀ ਬੰਦਗੀ ਨਾਲ, ਭਗਤੀ ਨਾਲ। ਜਨਮ ਮਰਨ ਪੈ ਭਾਗੀ, ਤੇ ਉਹਦਾ ਜਨਮ ਮਰਨ ਦਾ ਜਿਹੜਾ ਦੁੱਖ ਹੈ, ਜਨਮ ਮਰਨ ਦਾ ਡਰ ਹੈ ਜਿਹੜਾ, ਉਹ ਸਾਰਾ ਕੁਝ ਨਾਸ਼ ਹੋ ਜਾਂਦਾ ਹੈ। ਤੋ ਇੱਥੇ ਈਸ਼ਵਰ ਦੀ ਭਗਤੀ ਦੀ, ਪ੍ਰਭੂ ਦੀ ਜੋ ਬੰਦਗੀ ਹੈ, ਉਸ ਦੀ ਜਿਹੜੀ ਯਾਦ ਹੈ ਉਸ ਨੂੰ ਮਨ ਵਿੱਚ ਟਿਕਾਈ ਰੱਖਣ ਦੀ ਗੱਲ ਕੀਤੀ ਹੈ। ਉਸ ਦੇ ਜਿਹੜੇ ਸ੍ਰਿਸ਼ਟੀ ਦੇ ਬਣਾਏ ਹੋਏ ਨਿਯਮ ਹਨ, ਕੁਦਰਤੀ ਨਿਯਮ ਹਨ, ਉਹਨਾਂ ਨੂੰ ਧਿਆਨ ਵਿੱਚ ਰੱਖਣਾ ਬਣਦਾ ਹੈ, ਉਹਨਾਂ ਮੁਤਾਬਕ ਆਪਣਾ ਜੀਵਨ ਜਿਉਣਾ ਬਣਦਾ ਹੈ। ਅਤੇ ਇਹ ਜੋ ਸਵਰਗਾਂ ਦੀਆਂ ਕਹਾਣੀਆਂ ਹਨ, ਪੁਰਾਣਾਂ ਦੀਆਂ ਕਹਾਣੀਆਂ, ਵੇਦਾਂ ਦੀਆਂ ਕਹਾਣੀਆਂ, ਇਹ ਸਾਰੀਆਂ ਨਾਲੋਂ ਨਾਮ ਜਿਹੜਾ ਹੈ ਈਸ਼ਵਰ ਦੀ ਯਾਦ ਭਗਤੀ, ਉਹਦਾ ਸ਼ੁਕਰ ਕਰਨਾ ਸ੍ਰੇਸ਼ਟ ਹੈ। ਅਗਲਾ ਸ਼ਬਦ ਜਿਹੜਾ ਇਹ ਸੋਰਠ ਰੱਖਦਾ ਹੈ, ਉਹਦੇ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ, ਜਾਓ ਤੁਮ ਗਿਰੀਵਰ। ਗਿਰੀਵਰ ਬਹੁਤੇ ਲੋਕ ਉਸਨੂੰ ਗਿਰਵਾਰੀ ਕਹੀ ਜਾਂਦੇ ਹਨ, ਰਾਰੇ ਸਿਆਰੀ ਖਾਈ ਜਾਂਦੇ ਹਨ ਜਿਵੇਂ ਭੁੱਖ ਲੱਗੀ ਹੁੰਦੀ ਹੈ। ਜਾਓ ਤੁਮ ਗਿਰੀਵਰ। ਸੋ ਗਿਰੀਵਰ ਦਾ ਮਤਲਬ ਹੈ ਸੋਹਣਾ ਜਿਹਾ ਪਹਾੜ। ਜਾਓ ਤੁਮ ਗਿਰੀਵਰ ਤੋ ਹਮ ਮੋਰਾ। ਮੋਰਾ ਦਾ ਮਤਲਬ ਹੈ ਮੋਰ। ਮੋਰਾ ਸ਼ਬਦ ਜਿਹੜਾ ਇਹਦੇ ਕਈ ਅਰਥ ਵਰਤੇ ਗਏ ਹਨ। ਮੋਰਾ ਕੋਈ ਵੱਡਾ ਸਾਰਾ ਸੁਰਾਖ, ਉਹਨੂੰ ਹੀ ਮੋਰਾ ਕਿਹਾ ਜਾਂਦਾ ਹੈ। ਅਤੇ ਮੋਰਾ ਜਿਹੜਾ ਹੁੰਦਾ ਉਹ ਮੇਰਾ ਹੁੰਦਾ ਆ। ਮੋਰਾ ਦਾ ਮਤਲਬ ਮੇਰਾ ਵੀ ਹੁੰਦਾ ਆ। ਇੱਥੇ ਮੋਰਾ ਦਾ ਮਤਲਬ ਹੈ ਮੋਰ, ਇੱਕ ਪੰਛੀ ਦਾ ਨਾਮ ਮੋਰ, ਪੀਕੌਕ। ਜੋ ਤੁਮ ਗਿਰੀਵਰ, ਇੱਥੇ ਆਪਣੇ ਪਿਆਰੇ ਪ੍ਰਭੂ ਦੇ ਨਾਲ ਪ੍ਰੇਮ ਦੀਆਂ ਗੱਲਾਂ ਕਰਦੇ ਹਨ। ਹੇ ਮਾਧੋ, ਹੇ ਪ੍ਰਭੂ, ਜੇ ਤੂੰ ਸੋਹਣਾ ਜਿਹਾ ਪਹਾੜ ਬਣ ਜਾਏ, ਪਹਾੜ ਹੋਵੇਂ, ਤਾਂ ਫਿਰ ਮੈਂ ਵੀ ਪਿੱਛੇ ਨਹੀਂ ਰਹਿੰਦਾ। ਮੈਂ ਫਿਰ ਮੋਰ ਬਣ ਕੇ ਤੇਰੇ ਉੱਤੇ ਤੈਨੂੰ ਵੇਖ ਵੇਖ ਕੇ ਪਹਿਲਾਂ ਹੀ ਪਾਵਾਂਗਾ। ਜੋ ਤੁਮ ਗਿਰੀਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ। ਜੇ ਤੁਸੀਂ ਚੰਦ ਵੀ ਬਣ ਜਾਓ ਤਾਂ ਮੈਂ ਫਿਰ ਵੀ ਪਿੱਛੇ ਨਹੀਂ ਹਟਦਾ। ਮੈਂ ਫਿਰ ਚਕੋਰ ਬਣ ਕੇ
ਤਾਂ ਤੈਨੂੰ ਸਾਰੀ ਰਾਤ ਚਕੋਰ ਬਣ ਕੇ ਦੇਖਦੀ ਰਹੂੰਗੀ। ਚਕੋਰ ਇੱਕ ਪੰਛੀ ਦਾ ਨਾਂ ਹੈ। ਤੇ ਇਹ ਚਕੋਰ ਜਿੰਨਾ ਚਿਰ ਚੰਦ ਜਿਹੜਾ ਚੜ੍ਹਿਆ ਰਹਿੰਦਾ ਹੈ ਉਸਨੂੰ ਦੇਖਦੀ ਰਹਿੰਦੀ ਹੈ। ਚਕੋਰ ਇਹ ਆਪਣੀ ਧੌਣ ਜਿਹੜੀ ਹੈ ਪਿੱਛੇ ਨਹੀਂ ਕਰਦੀ। ਇਹਦੀ ਪ੍ਰੀਤ ਚੰਦ ਨਾਲ ਹੁੰਦੀ ਹੈ। ਜਦੋਂ ਚੰਦ ਜਿਹੜਾ ਚਲੇ ਜਾਂਦਾ ਹੈ ਫਿਰ ਧੌਣ ਸੁੱਟ ਕੇ ਇਹ ਪੈ ਜਾਂਦੀ ਹੈ। ਤੋ ਜੇ ਤੂੰ ਚੰਦ ਬਣ ਜਾਏ ਤਾਂ ਮੈਂ ਫਿਰ ਤੇਰੀ ਚਕੋਰ ਬਣੂ। ਕਿੰਨੀਆਂ ਪ੍ਰੇਮ ਦੀਆਂ ਗੱਲਾਂ ਹਨ। ਭਾਵ ਇੱਥੇ ਇਹ ਹੈ ਕਿ ਮੈਂ ਛੱਡਣਾ ਨਹੀਂ ਹੈ, ਮੈਂ ਪ੍ਰੇਮ ਦੀ ਰੱਸੀ ਨਾਲ ਬੰਨ੍ਹਿਆ ਹੋਇਆ ਤੈਨੂੰ, ਮੈਂ ਹੁਣ ਛੱਡਣਾ ਨਹੀਂ ਹੈ। ਆਪਣੇ ਨਾਲ ਬੰਨ੍ਹ ਕੇ ਰੱਖਣਾ ਪ੍ਰੇਮ ਦੀ ਰੱਸੀ ਨਾਲ, ਆਪਣੇ ਅੰਦਰ ਤੇਰੀ ਯਾਦ ਟਿਕਾ ਕੇ ਰੱਖਣੀ ਹੈ। ਮਾਧਵੇ ਤੁਮ ਨ ਤੋਰਹੁ ਤੋ ਹਮ ਨਹੀਂ ਤੋਰੈ। ਹੇ ਮਾਧੋ ਪ੍ਰਭੂ, ਜੇ ਤੂੰ ਮੇਰੇ ਨਾਲ ਪਿਆਰ ਨਾ ਤੋੜੇ, ਜੋ ਤੁਮ ਨਾ ਮਾਧਵੇ ਤੁਮ ਨਾ ਤੋੜੋ, ਮੇਰੇ ਨਾਲ ਪਿਆਰ ਨਾ ਤੋੜੇ, ਤਾਂ ਫਿਰ ਮੇਰਾ ਪਿਆਰ ਵੀ ਜਿਹੜਾ ਹੈ ਉਹ ਨਹੀਂ ਟੁੱਟੇਗਾ, ਬਣਿਆ ਹੀ ਰਹੇਗਾ। ਇਸ ਕਰਕੇ ਮੇਰੇ ਨਾਲ ਪਿਆਰ ਤੋੜੀ ਨਾ। ਤੁਮ ਸਿਓ ਤੋਰੀ ਕਵਨ ਸਿਓ ਜੋ ਰਹੇ। ਤੋ ਤੇਰੇ ਨਾਲ ਜੇ ਅਸੀਂ ਪ੍ਰੇਮ ਤੋੜ ਦਈਏ, ਪ੍ਰੇਮ ਦੀ ਰੱਸੀ ਜਿਹੜੀ ਹੈ ਉਹ ਤੋੜ ਦਈਏ, ਤਾਂ ਦੱਸ ਫਿਰ ਇਹ ਕਿਹਦੇ ਨਾਲ ਜੋੜੀਏ, ਕਿਹਦੇ ਨਾਲ ਫਿਰ ਮੈਂ ਜੋੜਾਂਗਾ। ਇਸ ਕਰਕੇ ਮੈਂ ਤੋੜ ਨਹੀਂ ਸਕਦਾ। ਸੋ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ, ਇਸ ਕਰਕੇ ਤੇਰੇ ਨਾਲ ਤੋੜ ਕੇ ਗੱਲ ਬਣਦੀ ਨਹੀਂ। ਮੈਂ ਕਿਹਦੇ ਨਾਲ ਫਿਰ ਜੋੜਾਂਗਾ। ਰਹਾਉ ਜੋ ਤੁਮ ਦੀਵਰਾ ਤੋ ਹਮ ਬਾਤੀ। ਅੱਗੇ ਫਿਰ ਪ੍ਰੇਮ ਭਰੀਆਂ ਗੱਲਾਂ ਕਰਦੇ ਹਨ। ਇਹ ਮੇਰੇ ਮਾਧੋ, ਇਹ ਸੋਹਣੇ ਪ੍ਰਭੂ ਪਰਮਾਤਮਾ, ਜੇ ਤੂੰ ਨਾ ਸੋਹਣਾ ਜਿਹਾ ਦੀਵਾ ਬਣ ਜਾਏ, ਜੋ ਤੁਮ ਦੀਵਰਾ, ਦੀਵਰਾ ਇੱਕ ਦੀਵਾ ਹੁੰਦਾ, ਇੱਕ ਦੀਵਰਾ। ਇਹ ਦੀਵਰਾ ਮਤਲਬ ਸੋਹਣਾ ਜਿਹਾ ਦੀਵਾ, ਇੱਕ ਬੱਚਾ ਇੱਕ ਵਛੜਾ। ਤੋ ਇਸ ਤਰ੍ਹਾਂ ਗੁਰਸਿੱਖ ਗੁਰਸਿੱਖੜਾ, ਤੋ ਇਹ ਥੋੜੇ ਪਿਆਰੇ ਸ਼ਬਦ ਹਨ। ਸੋਹਣਾ ਜਿਹਾ ਦੀਵਾ ਬਣ ਜਾਏ ਤਾਂ ਮੈਂ ਵੀ ਪਿੱਛੇ ਨਹੀਂ ਹਟਣ ਵਾਲਾ, ਮੈਂ ਫਿਰ ਬੱਤੀ ਬਣ ਕੇ ਦੀਵੇ ਵਿੱਚ ਬਹਿ ਜਾਣਾ, ਪਿੱਛੇ ਨਹੀਂ ਹਟਣਾ, ਪਿਆਰ ਨਹੀਂ ਤੋੜਨਾ। ਤੇ ਵੱਟੀ ਬਣ ਕੇ ਮੈਂ ਦੀਵੇ ਵਿੱਚ ਵੜ ਜਾਣਾ ਹੈ। ਜੋ ਤੁਮ ਤੀਰਥ ਤੋ ਹਮ ਜਾਤੀ। ਤੇ ਜੇ ਤੂੰ ਕਹੇ ਮੈਂ ਤੀਰਥ ਬਣ ਜਾਣਾ ਹੈ ਨਾ, ਤਾਂ ਫਿਰ ਮੈਂ ਵੀ ਪਿੱਛੇ ਨਹੀਂ ਹਟਦਾ। ਯਾਤਰੀ ਬਣ ਕੇ ਮੈਂ ਵੀ ਫਿਰ ਉੱਥੇ ਦੀਦਾਰ ਕਰਨ ਲਈ ਤੇਰਾ ਉੱਥੇ ਵੀ ਜਾਵਾਂਗਾ, ਛੱਡਾਂਗਾ ਨਹੀਂ। ਭਾਵੇਂ ਤੀਰਥ ਇਸ਼ਨਾਨ ਜਿਹੜਾ ਹੈ, ਇਸ ਦੀ ਵਾਰ-ਵਾਰ ਇਹਨੂੰ ਖੰਡਿਆ ਗਿਆ ਹੈ ਕਿ ਤੀਰਥ ਦਾ ਇਸ਼ਨਾਨ ਮਨ ਪਵਿੱਤਰ ਨਹੀਂ ਕਰ ਸਕਦਾ, ਪਰ ਇੱਥੇ ਪਿਆਰ ਦੀਆਂ ਗੱਲਾਂ ਹਨ। ਜੇ ਤੂੰ ਤੀਰਥ ਬਣ ਜਾਏ, ਦੀਵਾ ਬਣ ਜਾਏ, ਤਾਂ ਮੈਂ ਪਿੱਛੇ ਰਹਿਣ ਵਾਲਾ ਨਹੀਂ ਹਾਂ, ਮੈਂ ਫਿਰ ਵੀ ਉੱਥੇ ਜਾਊਂ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਜੋਰੀ ਮੈਨੇ ਜੋੜੀ, ਰਾੜ ਦੀ ਜਗ੍ਹਾ ਰਾਰਾ ਵਰਤਿਆ। ਤੇ ਅਸੀਂ ਤਾਂ ਇਹ ਮੇਰੇ ਮਾਲਕਾ ਤੇਰੇ ਨਾਲ ਪੱਕਾ ਜਿਹੜਾ ਉਹ ਰਿਸ਼ਤਾ ਗੰਢ ਲਿਆ ਹੈ, ਪ੍ਰੇਮ ਦੀ ਰੱਸੀ ਨਾਲ ਤੈਨੂੰ ਬੰਨ੍ਹ ਲਿਆ ਹੈ, ਛੱਡ ਨਹੀਂ ਸਕਦੇ ਹੁਣ। ਤੁਮ ਸਿਓ ਜੋਰ ਅਵਰ ਸੰਗ ਤੋਰੀ। ਤੇ ਇੰਨਾ ਪਿਆਰ ਤੇਰੇ ਨਾਲ ਅਸੀਂ ਪਾ ਲਿਆ ਹੈ ਕਿ ਹੁਣ ਮੋਹ ਮਾਇਆ ਨਾਲੋਂ ਇਹ ਰਿਸ਼ਤਾ ਜਿਹੜਾ ਤੋੜ ਲਿਆ ਹੈ। ਹੁਣ ਮੋਹ ਮਾਇਆ ਦਾ ਅਸਰ ਨਹੀਂ ਕਰਦਾ, ਦੁਨੀਆ ਦੀ ਮੋਹ ਮਾਇਆ ਦਾ ਅਸਰ ਨਹੀਂ ਕਰਦਾ। ਤੂੰ ਮੋਹ ਮਾਇਆ ਕੀ ਚੀਜ਼ ਹੈ? ਮਾਇਆ ਦੀ ਪਰਿਭਾਸ਼ਾ ਗੁਰਬਾਣੀ ਜੀ ਕੀਤੀ, ਇਹ ਮਾਇਆ ਜਿਤ ਹਰਿ ਵਿਸਰੈ, ਮੋਹ ਬੁਝੈ ਭਾਉ ਦੂਜਾ ਲਾਇਆ। ਤੋ ਮਾਇਆ ਕੀ ਹੈ? ਜਿਹਨੂੰ ਦੇਖ ਕੇ ਰੱਬ ਭੁੱਲ ਜਾਏ ਤੇ ਉਹ ਚੀਜ਼ ਚੇਤੇ ਰਹੀ ਜਾਵੇ, ਰੱਬ ਭੁੱਲੀ ਜਾਵੇ, ਉਹ ਮਾਇਆ ਹੈ। ਕੁਛ ਵੀ ਹੋ ਸਕਦੀ ਚੀਜ਼ ਉਹ ਪਰਿਵਾਰ ਦੇ ਵਿੱਚ। ਇਸ ਕਰਕੇ ਕਹਿੰਦੇ ਹਨ ਕਿ ਤੁਮ ਸਿਓ ਜੋਰ ਅਵਰ ਸੰਗ ਤੋਰੀ। ਮੈਂ ਤੇਰੇ ਨਾਲ ਹੁਣ ਲਾ ਲਈ ਹੈ ਪ੍ਰੀਤ, ਤੇ ਮੋਹ ਮਾਇਆ ਦਾ ਫਾਹਾ ਵੜ ਦਿੱਤਾ ਹੈ। ਜਹ ਜਾ ਜਾਉ ਤਹਾਂ ਤੇਰੀ ਸੇਵਾ। ਬਸ ਜਿੱਥੇ ਵੀ ਮੈਂ ਹੁਣ ਜਾਂਦਾ ਹਾਂ, ਜਹਾਂ ਜਹਾਂ ਜਾਉ ਤਹਾਂ ਤੇਰੀ ਸੇਵਾ, ਉੱਥੇ ਮੈਨੂੰ ਤੇਰੀ ਸੇਵਾ ਦਾ ਹੀ ਆਰ ਹੁੰਦਾ ਹੈ। ਜਿੱਥੇ ਵੀ ਮੈਂ ਜਾਵਾਂ ਤੇਰੀ ਸੇਵਾ ਦਾ ਹੀ ਮੈਨੂੰ ਚਾਅ ਹੁੰਦਾ ਹੈ। ਤੁਮ ਸੋ ਠਾਕੁਰ ਔਰ ਨਾ ਦੇਵਾ।
ਤੋ ਤੇਰੇ ਬਰਾਬਰ ਕੋਈ ਦੁਨੀਆ ਦਾ ਦੇਵੀ ਹੈ ਨਾ ਕੋਈ ਦੇਵਤਾ ਹੈ, ਕੋਈ ਵੀ ਦੇਵੀ ਦੇਵਤਾ ਤੇਰੇ ਵਰਗਾ ਨਹੀਂ ਹੈ। ਇਸ ਕਰਕੇ ਮੈਂ ਦੇਵੀ ਦੇ ਸਾਰੇ ਛੱਡੇ, ਕਿਸੇ ਦੇਵੀ ਦੇਵਤੇ ਦੀ ਲੋੜ ਨਹੀਂ ਹੈ। ਤੁਮਰੇ ਭਜਨ ਕਟੇ ਜਮ ਫਾਸਾ, ਸੋ ਤੇਰੇ ਭਜਨ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਜਨਮ ਮਰਨ ਦਾ ਦੁੱਖ ਜਿਹੜਾ ਉਹ ਦੂਰ ਹੋ ਜਾਂਦਾ ਹੈ। ਭਗਤੀ ਹੇਤ ਗਾਵੈ ਰਵਿਦਾਸਾ, ਸੋ ਤੇਰੀ ਭਗਤੀ ਦਾ ਜਿਹੜਾ ਪ੍ਰੇਮ ਹੈ ਇਹਨੂੰ ਪ੍ਰਾਪਤ ਕਰਨ ਵਾਸਤੇ ਮੈਂ ਰਵਿਦਾਸ ਤੇਰੇ ਗੁਣ ਗਾਉਂਦਾ ਹਾਂ।